ਜਿਹੜੀ ਆਰਐਸਐਸ ਹੈ ਇਹਦਾ ਜਿਹੜਾ ਗਲਵਾ ਉਹ ਦਿਨੋ ਦਿਨ ਸਾਡੇ ਸਿੱਖ ਅਦਾਰਿਆਂ ਦੇ ਵਿੱਚ ਵੱਧਦਾ ਜਾ ਰਿਹਾ। ਸਿੱਖ ਵਿਰੋਧੀ, ਪੰਜਾਬ ਵਿਰੋਧੀ ਜਿਹੜੇ ਕਾਰਨਾਮੇ ਇਹਨਾਂ ਦੇ ਜੱਗ ਜ਼ਾਹਰ ਨੇ। ਸਿੱਖਾਂ ਦੇ ਦੁਕਾਨਾਂ ਤੇ ਹਮਲੇ ਕਰਨੇ, ਲੁੱਟਣਾ, ਸਿੱਖਾਂ ਤੇ ਹਮਲੇ ਕਰਨੇ, ਗੁਰੂ ਘਰਾਂ ਤੇ ਹਮਲੇ ਕਰਨੇ, ਇਹ ਸਾਰੀ ਗੱਲਾਂ ਆਉਂਦੀਆਂ ਨੇ। ਉਹਨਾਂ ਵੱਲੋਂ ਇਸ ਕਰਕੇ ਉਹਨਾਂ ਦੇ ਗੁਰਪੁਰਬ ਮਨਾਏ ਜਾ ਰਹੇ ਨੇ ਤਾਂ ਕਿ ਅਸੀਂ ਸਿੱਖਾਂ ਨੂੰ ਵੀ ਹਿੰਦੂ ਰਾਸ਼ਟਰ ਦਾ ਇੱਕ ਹਿੱਸਾ ਬਣਾ ਸਕੀਏ। ਇਹਨਾਂ ਨੂੰ ਆਪਣੇ ਨਾਲ, ਹੁਣ ਸਿੱਖਾਂ ਨੂੰ ਕਿਉਂ ਨਾਲ, ਜਿਹੜੇ ਸਾਡੇ ਅਖੌਤੀ ਲੀਡਰਸ਼ਿਪ ਹੈ ਉਹਨਾਂ ਨੂੰ ਕਿਉਂ ਨਾਲ ਰੱਖਿਆ ਜਾ ਰਿਹਾ ਨਰਿੰਦਰ ਮੋਦੀ ਵੱਲੋਂ? ਕਿਉਂਕਿ ਉਹ ਚਾਹੁੰਦੇ ਨੇ ਕਿ ਇੱਕ ਹਿੰਦੂ ਰਾਸ਼ਟਰ ਜਿਹੜਾ ਅਸੀਂ ਬਣਾਉਣਾ ਉਹਦੇ ਵਿੱਚ ਸਿੱਖਾਂ ਦਾ ਕਿਤੇ ਵਿਰੋਧ ਨਾ ਹੋਵੇ। ਸੋ ਇਹ ਬੜੀ ਚਿੰਤਾਜਨਕ ਗੱਲ ਹੈ ਕਿ ਸਾਡੇ ਸਿੱਖ ਅਦਾਰਿਆਂ ਦੇ ਵਿੱਚ ਇਹ ਖੁੱਲ੍ਹਮ ਖੁੱਲ੍ਹਾ ਦਖਲ ਦੇ ਰਹੇ ਨੇ ਤੇ ਜਿਹੜੀ ਵਿਸ਼ੇਸ਼ ਤੌਰ ਤੇ ਦਿੱਲੀ ਦੀ ਸਿੱਖ ਲੀਡਰਸ਼ਿਪ ਹੈ, ਅਖੌਤੀ ਲੀਡਰਸ਼ਿਪ ਹੈ ਜਿਹੜੀ, ਉਹਦੇ ਵੱਲੋਂ ਇਹਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਕਿ ਤੁਸੀਂ ਰੱਜ ਕੇ ਸਿੱਖੀ ਦਾ ਘਾਣ ਕਰੋ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ, ਸਾਡੇ ਪ੍ਰੋਗਰਾਮਾਂ ਦੇ ਵਿੱਚ ਆ ਕੇ। ਦੇਖੋ ਜੀ, ਜਿਹੜੇ ਗੋਪਾਲ ਕ੍ਰਿਸ਼ਨਨ ਹੈਗੇ ਨੇ, ਜਨਰਲ ਸੈਕਟਰੀ ਨੇ ਇੰਡੀਆ ਦੇ ਆਰਐਸਐਸ ਨਾਲ ਸੰਬੰਧਿਤ, ਉਹਨਾਂ ਨੇ ਉੱਥੇ ਬੋਲਣਾ ਸੀਗਾ ਇਸ ਗੱਲ ਨੂੰ ਲੈ ਕੇ। ਸਿੱਖ ਨੌਜਵਾਨਾਂ ਵੱਲੋਂ ਦਿੱਲੀ ਦੇ ਉਹਨਾਂ ਵੱਲੋਂ ਆਪਣੇ ਤੌਰ ਤੇ ਬਿਨਾਂ ਕਿਸੇ ਵੱਡੀ ਜਥੇਬੰਦੀ ਤੋਂ ਉਹਦਾ ਵਿਰੋਧ ਕੀਤਾ ਗਿਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, ਪਰ ਜਿਹੜੀ ਨੌਜਵਾਨ ਲੀਡਰਸ਼ਿਪ ਹੈ ਉਹ ਆਪ ਮੁਹਾਰੇ ਅੱਗੇ ਆ ਕੇ ਇਹੋ ਜਿਹੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ ਦਿਲਚਸਪੀ ਲੈ ਰਹੀ ਹੈ, ਦ੍ਰਿੜ ਇਰਾਦੇ ਨੇ ਉਹਨਾਂ ਕੋਲ। ਸੋ ਇਹਨਾਂ ਨਾਲ ਕਿਵੇਂ ਲੜਨਾ, ਕਿਵੇਂ ਇਹਨਾਂ ਤੋਂ ਸਾਡੇ ਉੱਥੋਂ ਦੇ ਪ੍ਰਬੰਧ ਨੂੰ ਆਜ਼ਾਦ ਕਰਾਉਣਾ, ਜਾਂ ਸਾਡੇ ਜਿਹੜੇ ਸਿੱਖਾਂ ਦੇ ਮੁੱਦੇ ਨੇ ਉਹਨਾਂ ਨੂੰ ਕਿੱਦਾਂ ਅਸੀਂ ਹੱਲ ਕਰਨਾ, ਇਹ ਸਾਡੇ ਲਈ ਦਿੱਲੀ ਦੇ ਵਿੱਚ ਖਾਸ ਤੌਰ ਤੇ ਬਹੁਤ ਵੱਡੀ ਚੁਣੌਤੀ ਹੈ। ਕਿਉਂਕਿ ਦਿੱਲੀ ਦੇ ਵਿੱਚ ਇਸ ਸਮੇਂ ਕੋਈ ਵੀ ਮੈਨੂੰ ਸਿੱਖ ਆਗੂ ਇਹੋ ਜਿਹਾ ਨਹੀਂ ਦਿਸਦਾ। ਪੰਜਾਬ ਨਗਾਰਾ ਦੇ ਕੈਨੇਡਾ ਦੇ ਲੰਡਨ ਤੋਂ ਸਟੂਡੀਓ ਤੋਂ ਅਸੀਂ ਹਾਜ਼ਰ ਹਾਂ। ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਅਹਿਮ ਵਿਸ਼ੇ ਤੇ ਅਸੀਂ ਵਿਚਾਰ ਵਟਾਂਦਰਾ ਲੈ ਕੇ ਹਾਜ਼ਰ ਹਾਂ। ਸਾਡੇ ਨਾਲ ਨੇ ਅਕਾਲ ਜੂਤ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਰਾਜਪੁਰਾ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਵਿਸ਼ਾ ਜੋ ਰਹਿਣ ਵਾਲਾ, ਜਿਹਦੇ ਲਈ ਅਸੀਂ ਤੁਹਾਨੂੰ ਅੱਜ ਮੁੱਖ ਤੌਰ ਤੇ ਇੱਥੇ ਬੁਲਾਇਆ ਹੈਗਾ ਆਪਣੇ ਸਟੂਡੀਓ ਦੇ ਵਿੱਚ, ਖਾਲਸਾ ਕਾਲਜ ਸਿੰਘ ਸਭਾ ਲਹਿਰ ਤੇ ਆਰੀਆ ਲਹਿਰ, ਉਸ ਸਮੇਂ ਤੇ ਆਰੀਆ ਸਭਾ ਤੇ ਸਿੰਘ ਸਭਾ ਦੇ ਵਿੱਚ ਇੱਕ ਵਿਚਾਰਧਾਰਕ ਲੜਾਈ ਚੱਲੀ। ਆਪਣੀ ਸਿੱਖੀ ਨੂੰ ਹੋਣ ਦੇ ਲਈ ਸਿੰਘ ਸਭਾ ਨੇ ਬੜੀ ਵੱਡੀ ਇੱਕ ਲੜਾਈ ਲੜੀ ਤੇ ਉਸ ਤੋਂ ਬਾਅਦ ਉਸ ਵਿਚਾਰਧਾਰਕ ਲੜਾਈ ਦੇ ਵਿੱਚੋਂ ਖਾਲਸਾ ਕਾਲਜ ਹੋਂਦ ਵਿੱਚ ਆਇਆ, ਖਾਲਸਾ ਕਾਲਜ ਅੰਮ੍ਰਿਤਸਰ। ਉਸ ਤੋਂ ਬਾਅਦ ਇਹ ਜਿਹੜੀ ਵਿਚਾਰਧਾਰਕ ਇੱਕ ਪਹਿਚਾਣ ਬਣੀ। ਅੱਗੇ ਇਹਦੀ ਲੜੀ ਤੋਰਦਿਆਂ ਹੋਇਆਂ ਕਈ ਖਾਲਸਾ ਕਾਲਜ ਹੋਂਦ ਵਿੱਚ ਆਏ। ਖਾਲਸਾ ਕਾਲਜ ਦਿੱਲੀ ਵੀ ਉਸੇ ਲੜੀ ਦਾ ਇੱਕ ਹਿੱਸਾ ਸੀ, ਚਾਹੇ ਵੱਖਰੇ ਤੌਰ ਤੇ ਸਾਰੀਆਂ ਮੈਨੇਜਮੈਂਟਾਂ ਸੀ। ਤੇ ਹੁਣ ਜੇ ਮੈਂ ਗੱਲ ਕਰਾਂ ਤੇ ਇਹ ਵਿਚਾਰਧਾਰਕ ਲੜਾਈ ਅੱਜ ਦੇ ਰੂਪ ਵਿੱਚ ਵੀ ਬੜੀ ਵੱਡੀ ਪੱਧਰ ਤੇ ਜਾਰੀ ਆ। ਲੇਕਿਨ ਸਭ ਤੋਂ ਭਾਈ ਸਾਹਿਬ ਜਿਹੜੀ ਅਹਿਮ ਤੇ ਖਤਰਨਾਕ ਜਿਹੜੀ ਗੱਲ ਇਹ ਹੈਗੀ ਆ ਕਿ ਆਰਐਸਐਸ, ਪੁਰਾਣੀ ਜਿਹੜੀ ਆਰੀਆ ਸਭਾ ਤੇ ਅੱਜ ਦੀ ਆਰਐਸਐਸ, ਸੋ ਉਹਦੀ ਘੁਸਪੈਠ ਜਿਹੜੀ ਆ, ਅੱਜ ਜਿਹੜੀਆਂ ਸੰਸਥਾਵਾਂ ਸਾਨੂੰ ਬਚਾਉਣ ਲਈ ਉਸ ਸਮੇਂ ਹੋਂਦ ਵਿੱਚ ਆਈਆਂ ਸੀ ਵਿਚਾਰਧਾਰਕ ਤੌਰ ਤੇ ਖਾਲਸਾ ਕਾਲਜ, ਉਸ ਦੇ ਵਿੱਚ ਘੁਸਪੈਠ ਜਿਹੜੀ ਵੱਡੀ ਪੱਧਰ ਤੇ ਹੋਈ ਆ। ਤੇ ਜੇ ਮੈਂ ਗੱਲ ਕਰਾਂ, ਹੁਣ ਪਿੱਛੇ ਜੇ ਇੱਕ ਸਮਾਗਮ ਰੱਖਿਆ ਗਿਆ ਸੀਗਾ ਖਾਲਸਾ ਕਾਲਜ ਦੇ ਵਿੱਚ, ਉਹਦੇ ਵਿੱਚ ਆਰਐਸਐਸ ਦੇ ਕਿਹੜੇ ਬੁਲਾਰੇ ਨੂੰ ਬੁਲਾਉਣ ਦੀ ਗੱਲ ਕੀਤੀ ਗਈ, ਉਹਦਾ ਟਾਈਮ ਰੱਖਿਆ ਗਿਆ ਬਕਾਇਦਾ। ਕਿਉਂ ਰੱਖਿਆ ਗਿਆ? ਇੱਕ ਬੜਾ ਅਹਿਮ ਵਿਸ਼ਾ ਹੈਗਾ ਕਿ ਖਾਲਸਾ ਕਾਲਜ ਵਰਗੇ ਸਮਾਗਮ ਦੇ ਵਿੱਚ ਜਿਹੜਾ ਕਿ ਸਾਡਾ ਪੰਥਕ ਧਿਰਾਂ ਦਾ ਇੱਕ ਵਿਚਾਰਧਾਰਕ ਪਲੇਟਫਾਰਮ ਹੈਗਾ, ਖਾਲਸਾ ਕਾਲਜ ਦੀਆਂ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਨੇ, ਉੱਥੇ ਕਿਸੇ ਆਰਐਸਐਸ ਦੇ ਆਗੂ ਨੂੰ ਬੁਲਾਉਣਾ, ਸੱਦਾ ਦੇਣਾ ਤੇ ਉਸ ਨੂੰ ਬੋਲਣ ਦਾ ਸਮਾਂ ਦੇਣ ਦਾ ਪ੍ਰੋਗਰਾਮ ਰੱਖਣਾ, ਬਾਅਦ ਵਿੱਚ ਨੌਜਵਾਨਾਂ, ਸਿੱਖ ਨੌਜਵਾਨਾਂ 'ਚ ਰੋਸ ਫੈਲਣਾ ਤੇ ਉਹਦਾ ਰੱਦ ਹੋ ਜਾਣਾ। ਸੋ ਇਹ ਕਈ ਸਵਾਲ ਖੜੇ ਕਰਦਾ ਹੈਗਾ
ਅਸੀਂ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਭਾਈ ਸਾਹਿਬ ਲੈਣਾ ਚਾਹੁੰਦੇ ਆ ਕਿ ਆਖਰਕਾਰ ਕੀ ਗੱਲ ਹੋਈ। ਇਹਦੇ ਨਾਲ ਕਈ ਜੁੜੇ ਸਵਾਲ ਹੋਰ ਵੀ ਹੈਗੇ ਆ ਕਿ ਜਿਹੜੀ ਅੱਜ ਭਾਰਤ ਦੇ ਵਿੱਚ ਹੁਕਮਰਾਨ ਪਾਰਟੀ ਹੈਗੀ ਆ ਭਾਜਪਾ, ਭਾਰਤੀ ਜਨਤਾ ਪਾਰਟੀ, ਜਿਹਨੂੰ ਆਰਐਸਐਸ ਦੀ ਇੱਕ ਕਿਸਮ ਦੇ ਨਾਲ ਅੱਗੇ ਸ਼ਾਖਾ, ਦੋਵੇਂ ਇੱਕ ਦੂਜੇ ਦੇ ਪੂਰਕ ਮੰਨੇ ਜਾਂਦੇ ਆ, ਆਰਐਸਐਸ ਤੇ ਭਾਜਪਾ। ਸੋ ਲਗਾਤਾਰ ਸ਼੍ਰੋਮਣੀ ਕਮੇਟੀ ਦਿੱਲੀ ਦੇ ਉੱਪਰ ਵੱਧ ਰਿਹਾ ਪ੍ਰਭਾਵ, ਇੱਕ ਕਿਸਮ ਦੇ ਨਾਲ ਆਪਾਂ ਕਹੀਏ ਕਿ ਅਕਾਲੀ ਦਲ ਤੇ ਭਾਜਪਾ ਨੇ ਜਿੱਦਾਂ ਰਲ ਕੇ ਪਹਿਲਾਂ ਸੱਤਾ ਮਾਣੀ ਹੈਗੀ ਆ, ਤੇ ਅੱਜ ਅਕਾਲੀ ਦਲ ਜਿੱਦਾਂ ਹਾਸ਼ੀਏ ਤੇ ਗਿਆ ਹੈਗਾ ਪੰਥਕ ਜਿਹੜੇ ਮੁੱਦਿਆਂ ਤੋਂ। ਸੋ ਇਹ ਵੀ ਸਵਾਲ ਤੁਹਾਨੂੰ ਸਾਰੇ ਕਰਨੇ ਹੈਗੇ ਆ। ਮੈਂ ਸਭ ਤੋਂ ਪਹਿਲਾਂ ਜਿਹੜਾ ਕਰੰਟ ਮੁੱਦਾ ਹੈਗਾ ਉਹਦੇ ਤੇ ਤੁਹਾਨੂੰ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ ਕਿ ਕੀ ਕਾਰਨ ਹੋਇਆ ਕਿ ਜਿਹੜਾ ਸਾਡਾ ਪਲੇਟਫਾਰਮ ਸੀ ਕੌਮ ਦਾ, ਖਾਲਸਾ ਕਾਲਜ ਦੀਆਂ ਜਿਹੜੀਆਂ ਬ੍ਰਾਂਚਾਂ ਸੀ, ਦਿੱਲੀ ਜਿਹੜਾ ਖਾਲਸਾ ਕਾਲਜ ਹੈਗਾ ਉਹਦੇ ਵਿੱਚ ਕਿਹੜਾ ਸਮਾਗਮ ਰੱਖਿਆ ਗਿਆ, ਉਹਦੇ ਵਿੱਚ ਕਿਹਨੂੰ ਬੁਲਾਉਣ ਦੀ ਗੱਲ ਕੀਤੀ ਗਈ ਤੇ ਬਾਅਦ ਵਿੱਚ ਉਹ ਕਿੱਦਾਂ ਰੱਦ ਹੋਇਆ ਜਾਂ ਨਹੀਂ ਹੋਇਆ, ਇਹਦੇ ਬਾਰੇ ਜਰੂਰ ਸੰਗਤਾਂ ਨੂੰ ਵਿਚਾਰ ਦੱਸੋ ਕਿ ਇਹ ਮਸਲਾ ਹੈ ਕੀ ਆ ਜੀ। ਦੇਖੋ ਜੀ, ਪਹਿਲੀ ਗੱਲ ਤੇ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ, ਜਿਹੜੇ ਪੰਥ ਦੇ ਨਾਲ ਸੰਬੰਧਿਤ ਤੁਸੀਂ ਉਹ ਮੁੱਦੇ ਛੋਰੇ ਹੋ ਜਿਹੜੇ ਮੌਜੂਦਾ ਸਮੇਂ ਨਾਲ ਸੰਬੰਧਿਤ ਨੇ। ਨਹੀਂ ਤਾਂ ਬਹੁਤੀ ਥਾਈਂ ਗੱਲ ਇਹ ਹੈ ਵੀ ਜੋ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਜ਼ਿਕਰ ਨਹੀਂ ਕੀਤਾ ਜਾਂਦਾ, ਜੋ ਅੱਜ ਤੋਂ 100 ਸਾਲ ਪਹਿਲਾਂ ਬੀਤ ਗਿਆ ਉਹਨਾਂ ਦੀ ਚਰਚਾ ਹੁੰਦੀ ਹੈ। ਸਾਨੂੰ ਲੋੜ ਹੈ ਅੱਜ ਤੋਂ 100 ਸਾਲ ਪਹਿਲਾਂ ਦੀ ਗੱਲਾਂ ਦੀ ਵੀ ਚਰਚਾ ਕਰਨ ਦੀ ਤੇ ਅੱਜ ਦੀ ਵੀ। ਸੋ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਕਿ ਜਿਹੜੀ ਇਹ ਘਟਨਾ ਕੀ ਵਾਪਰੀ ਹੈ, ਕਿੱਥੇ ਹੋਈ ਹੈ, ਕਿਹੜੇ ਬੁਲਾਰੇ ਨੇ ਆਉਣਾ ਸੀਗਾ। ਸੋ ਮੈਂ ਗੱਲ ਕਰਨ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜਿਹੜਾ ਦਿੱਲੀ ਯੂਨੀਵਰਸਿਟੀ ਦੇ ਅਧੀਨ ਹੈਗਾ, ਉਹ ਦਿੱਲੀ ਵਿਖੇ ਸਥਿਤ ਹੈ। ਉੱਥੇ ਇੱਕ ਪ੍ਰੋਗਰਾਮ ਰੱਖਿਆ ਜਾਂਦਾ। ਉਸ ਪ੍ਰੋਗਰਾਮ ਦੇ ਵਿੱਚ ਗੋਪਾਲ ਕ੍ਰਿਸ਼ਨਨ ਕੌਣ ਹੈ? ਉਹ ਬੰਦਾ ਜਿਹੜਾ ਆਰਐਸਐਸ ਦਾ ਭਾਰਤ ਦਾ ਜਨਰਲ ਸੈਕਟਰੀ ਹੈ, ਆਲ ਇੰਡੀਆ ਦਾ। ਸੋ ਜਿਹੜੀ ਆਰਐਸਐਸ ਹੈ ਇਹਦੇ ਪ੍ਰਤੀ ਸਾਨੂੰ ਮੰਥਨ ਕਰਨਾ ਬੜਾ ਜ਼ਰੂਰੀ ਹੈ। ਮੈਂ ਤੇ ਤੁਹਾਨੂੰ ਇਹ ਵੀ ਬੇਨਤੀ ਕਰਾਂਗਾ ਇਸ ਸੰਬੰਧ ਦੇ ਵਿੱਚ ਵੀ ਸਾਨੂੰ ਇੱਕ ਲੜੀਵਾਰ ਪ੍ਰੋਗਰਾਮ ਆਪਾਂ ਸ਼ੁਰੂ ਕਰੀਏ ਤੇ ਸੰਗਤਾਂ ਨੂੰ ਜਾਣਕਾਰੀ ਹੋਵੇ ਕਿ ਜਿਹੜਾ 1875 ਤੋਂ ਲੈ ਕੇ ਆਰਿਆ ਸਮਾਜੀ ਲਹਿਰ ਚੱਲੀ ਹੈ ਜਾਂ 1870 ਦੇ ਨੇੜੇ ਤੇੜੇ ਇਹਨਾਂ ਨੇ ਜਿੰਨੇ ਵੀ ਸਿੱਖ ਵਿਰੋਧੀ ਕੰਮ ਕੀਤੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ 'ਚ ਹੋਣ, ਸਿੱਖ ਇਤਿਹਾਸ ਦੇ ਵਿਰੋਧ 'ਚ ਹੋਣ, ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਵਿਰੋਧ ਦੇ ਵਿੱਚ ਹੋਣ। ਸੋ ਜਿਹੜੀ ਆਰਐਸਐਸ ਹੈ ਇਹਦਾ ਜਿਹੜਾ ਗਲਵਾ ਉਹ ਦਿਨੋ ਦਿਨ ਸਾਡੇ ਸਿੱਖ ਅਦਾਰਿਆਂ ਦੇ ਵਿੱਚ ਵੱਧਦਾ ਜਾ ਰਿਹਾ। ਮੈਂ ਗੱਲ ਕਰਾਂਗਾ ਗੁਰੂ ਨਾਨਕ ਸਾਹਿਬ ਦੇ ਜਨਮ ਦੀ, 1469 ਦੀ। ਜਦੋਂ ਤੋਂ ਉਹਨਾਂ ਦਾ ਜਨਮ ਹੋਇਆ ਉਦੋਂ ਤੋਂ ਹੀ ਜਿਹੜੇ ਹਿੰਦੂ ਤਵੀ ਲੋਬੀ ਹੈ ਉਹ ਸਿੱਖਾਂ ਦੇ ਖਿਲਾਫ ਸਿੱਧੇ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਹੀ ਜਿਹੜੀ ਗੱਲਾਂ, ਇੱਕ ਜਿਹੜੀ ਪਾਂਡੇ ਨੂੰ ਵਿਗਾੜ ਪਾਈ ਸੀ ਗੁਰੂ ਨਾਨਕ ਸਾਹਿਬ ਨੇ, ਭਾਵੇਂ ਉਹ ਜਨੇਊ ਦੀ ਗੱਲ ਹੋਵੇ ਕਿ ਉੱਥੇ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਸੀ ਵੀ ਜਿਹੜਾ ਜਨੇਊ ਹੈ ਉਹ ਧਾਗੇ ਦਾ ਨਹੀਂ, ਚੰਗੇ ਗੁਣਾਂ ਦਾ ਹੋਣਾ ਚਾਹੀਦਾ, 7 ਗੁਣਾਂ ਦਾ ਹੋਣਾ ਚਾਹੀਦਾ, ਲੋਕ ਭਲਾਈ ਵਾਲਾ ਹੋਣਾ ਚਾਹੀਦਾ। ਤੇ ਦੂਜਾ ਜਿਹੜਾ ਹਰਿਦੁਆਰ ਜਾ ਕੇ ਪਾਂਡੇ ਨੂੰ ਇਹ ਕਹਿਣਾ ਕਿ ਮੈਂ ਕਰਤਾਰਪੁਰ ਸਾਹਿਬ ਆਪਣੇ ਜਿਹੜੇ ਖੇਤ ਨੇ ਉਹਨਾਂ ਨੂੰ ਪਾਣੀ ਦੇ ਰਿਹਾ ਸੂਰਜ ਵੱਲ ਪਿੱਠ ਕਰਕੇ। ਤੇ ਉਸ ਤੋਂ ਬਾਅਦ ਕੁਰੂਕਸ਼ੇਤਰ ਵਿਖੇ ਜਿਹੜੇ ਪਾਂਡਿਆਂ ਨਾਲ ਚਰਚਾ ਹੋਣੀ, ਜਗਰਨਾਥ ਪੂਰੀ ਹੋਣੀ। ਮੈਂ ਟੂਕ ਮਾਤਰ ਇਸ਼ਾਰੇ ਮਾਤਰ ਗੱਲ ਕਰਾਂਗਾ ਕਿਉਂਕਿ ਸਮਾਂ ਥੋੜਾ। ਇਹ ਸਾਰੀ ਚੀਜ਼ਾਂ ਉਸ ਸਮੇਂ ਹੀ ਜਿਹੜਾ ਪਖੰਡਵਾਦ ਸੀਗਾ ਉਹਨੂੰ ਗੁਰੂ ਨਾਨਕ ਸਾਹਿਬ ਨੇ ਵੰਗਾਰ ਪਾਈ ਸੀ ਬਹੁਤ ਵੱਡੀ। ਜਿਹੜੇ ਉਸ ਸਮੇਂ ਦੇ ਲੋਕ ਸੀਗੇ ਸਿਆਣੇ ਚੰਗੇ, ਉਹਨਾਂ ਨੇ ਬਹੁਤ ਪੰਡਤ ਵੀ ਸੀਗੇ, ਉਹਨਾਂ ਨੇ ਸਿੱਖ ਧਰਮ ਨੂੰ ਅਪਣਾਇਆ ਕਿ ਜਿਹੜੀ ਮਨੁੱਖਤਾਵਾਦੀ ਗੱਲਾਂ ਨੇ ਪਰਮਾਤਮਾ ਦੇ ਨੇੜੇ ਵਾਲੀਆਂ ਉਹ ਗੁਰੂ ਨਾਨਕ ਸਾਹਿਬ ਲੈ ਕੇ ਆਏ ਨੇ। ਭਾਵੇਂ
ਉਹ ਬਟਾਲੇ ਵੀ ਤੁਹਾਡੇ ਬਹੁਤ ਵੱਡਾ ਉਹਨਾਂ ਨਾਲ ਚਰਚਾ ਹੋਈ ਸੀਗੀ ਜੋਗੀਆਂ ਦੇ ਨਾਲ, ਤੇ ਗੱਲਬਾਤ ਹੋਈ ਹੈ। ਸੋ ਉਸ ਸਮੇਂ ਤੋਂ ਲੈ ਕੇ ਹੀ ਜਿਹੜੀ ਇਹਨਾਂ ਦੀਆਂ ਸੰਸਥਾਵਾਂ ਨੇ ਸਮੇਂ-ਸਮੇਂ ਦੇ ਉੱਤੇ ਉਹ ਸਾਡੇ ਖਿਲਾਫ ਕੰਮ ਕਰ ਰਹੀਆਂ ਨੇ ਕਿ ਅਸੀਂ ਜਿਹੜਾ ਸੱਚ ਹੈ ਉਹਨੂੰ ਲੁਕੋਈਏ। ਉਸ ਤੋਂ ਬਾਅਦ ਮੈਂ ਗੱਲ ਕਰਦਾ 1875 ਦੀ। 1875 ਦੇ ਵਿੱਚ ਜਾਂ ਉਸ ਤੋਂ ਪਹਿਲਾਂ 5 ਸਾਲ 1870 ਦੇ ਨੇੜੇ ਤੇੜੇ ਇੱਕ ਆਰਿਆ ਸਮਾਜੀ ਜਿਹੜੀ ਲਹਿਰ ਹੈ ਉਹ ਖੜੀ ਹੁੰਦੀ ਹੈ। ਉਹ ਖੜੀ ਹੋਣ ਤੋਂ ਬਾਅਦ ਉਹਦਾ ਇਹ ਕੰਮ ਨਹੀਂ ਹੁੰਦਾ ਕਿ ਅਸੀਂ ਹਿੰਦੂ ਧਰਮ ਦੇ ਲੋਕਾਂ ਦਾ ਵਿਸਥਾਰ ਕਰਨਾ, ਪ੍ਰਚਾਰ ਕਰਨਾ। ਉਹਨਾਂ ਦਾ ਏਜੰਡਾ ਇਹ ਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਅੰਗ ਸਾਬਤ ਕਰਨਾ। ਹਾਂਜੀ। ਸੋ ਉਹਨਾਂ ਸਮੇਂ ਦੇ ਦੌਰਾਨ ਹੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਜਿਹਨੇ ਸਰਕਾਰ ਦੀ ਚੂੜਾਂ ਤੇ ਮਨਮਤੀ ਲੋਕਾਂ ਦੀ ਚੂੜਾਂ ਹਿਲਾਈਆਂ ਨੇ। ਸਿੰਘ ਸਭਾ ਲਹਿਰ ਦਾ ਜਨਮ ਹੁੰਦਾ 1873 ਦੇ ਲਗਭਗ, ਤੇ ਉਸ ਤੋਂ ਉਹਨਾਂ ਸਮੇਂ ਦੇ ਦੌਰਾਨ ਹੀ ਇਹਨਾਂ ਵੱਲੋਂ ਇੱਕ ਜਿਹੜੀ ਕਿਤਾਬ ਹੈਗੀ ਹੈ ਆਰਿਆ ਸਮਾਜ ਵੱਲੋਂ ਸੱਤਿਆ ਪ੍ਰਕਾਸ਼ ਨਾਂ ਦੀ ਕਿਤਾਬ ਲਿਖੀ ਜਾਂਦੀ ਹੈ। ਹਾਂਜੀ। 1875 ਦੇ ਵਿੱਚ ਜਿਹੜੀ ਉਹ ਕਿਤਾਬ ਹੈ ਉਹ ਨਰੋਲ ਸਿੱਖ ਵਿਰੋਧੀ, ਗੁਰੂ ਵਿਰੋਧੀ, ਸਿੱਖ ਇਤਿਹਾਸ ਵਿਰੋਧੀ, ਮਨੁੱਖਤਾ ਵਿਰੋਧੀ ਕਿਤਾਬ ਸੀ। ਇਹਨਾਂ ਨੇ ਉਸ ਕਿਤਾਬ ਦੇ ਵਿੱਚ ਸਾਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਿੱਖ ਗੁਰੂ ਨੇ ਉਹ ਹਿੰਦੂ ਨੇ ਜਾਂ ਉਹਨਾਂ ਦੇ ਪ੍ਰਤੀ ਅਸੱਭਿਅਕ ਭਾਸ਼ਾ ਦੀ ਵਰਤੋਂ ਵੀ ਕੀਤੀ ਹੈ। ਸੋ ਮੈਂ ਇਹ ਸਾਰੀ ਗੱਲਾਂ ਦਾ ਮੈਂ ਤਾਂ ਕਰ ਰਿਹਾ ਕਿਉਂਕਿ ਜਿਹੜੀ ਮੌਜੂਦਾ ਘਟਨਾਵਾਂ ਨੇ, ਹੋ ਰਹੀਆਂ ਨੇ ਜਾਂ ਹੋਣ ਵਾਲੀਆਂ ਨੇ, ਉਹਨਾਂ ਦੀ ਸਮਝ ਸਾਨੂੰ ਤਾਂ ਹੀ ਪਵੇਗੀ ਜੇ ਉਹਦਾ ਬੇਸ ਪਤਾ ਹੋਵੇਗਾ ਕਿ ਕਹਾਣੀ ਹੈ ਕੀ ਅਸਲ ਦੇ ਵਿੱਚ। ਹਾਂਜੀ। ਉਹ ਉਹਨਾਂ ਸਮੇਂ ਦੇ ਦੌਰਾਨ ਸਿੱਖਾਂ ਨੇ ਜਿੱਥੇ ਆਰਿਆ ਇਹਨਾਂ ਵੱਲੋਂ ਕੁਮਾਰ ਸਭਾ ਸਕੂਲ ਖੋਲ੍ਹੇ ਜਾਂਦੇ ਸੀਗੇ, ਆਰਿਆ ਕਾਲਜ ਖੋਲ੍ਹੇ ਜਾਂਦੇ ਸੀਗੇ। ਸਿੰਘ ਸਭਾ ਲਹਿਰ ਵੱਲੋਂ ਵੀ ਆਪਣੇ ਖਾਲਸਾ ਕਾਲਜ, ਸਿੰਘ ਸਭਾ ਲਹਿਰ ਗੁਰਦੁਆਰੇ ਜਾਂ ਹੋਰ ਖਾਲਸਾ ਕਾਲਜ ਖੋਲ੍ਹੇ ਗਏ ਨੇ, ਸਿੰਘ ਸਭਾ ਸਕੂਲ ਖੋਲ੍ਹੇ ਗਏ ਨੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜੋ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ, ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ, ਉਸ ਬਾਰੇ ਤੇ ਜਿਹੜੀ ਦੁਨਿਆਵੀ ਐਜੂਕੇਸ਼ਨ ਹੈ ਉਹਦੇ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਮੁਕੰਮਲ ਰੂਪ ਦੇ ਵਿੱਚ ਜਾਣਕਾਰੀ ਦੇ ਸਕੀਏ। ਸੋ ਸਿੰਘ ਸਭਾ ਲਹਿਰ ਦੇ ਗਿਆਨੀ ਗੁਰਦੀਪ ਸਿੰਘ ਜੀ ਦਾ ਬੜਾ ਅਹਿਮ ਰੋਲ ਰਿਹਾ। ਉਹਨਾਂ ਨੇ 72 ਕਿਤਾਬਾਂ ਲਿਖੀਆਂ ਨੇ। ਜਿਹੜੀ 72 ਕਿਤਾਬਾਂ ਦੇ ਵਿੱਚ ਉਹਨਾਂ ਦੇ ਵੇਰਵੇ ਮਿਲਦੇ ਨੇ, ਉਹ ਸਾਰੇ ਆਰਿਆ ਸਮਾਜੀਆਂ ਨਾਲ ਬਹਿਸਾਂ, ਉਹਨਾਂ ਦੇ ਸਵਾਲਾਂ ਦੇ ਜਵਾਬ ਤੇ ਉਹਨਾਂ ਸਮੇਂ ਦੇ ਦੌਰਾਨ ਹੀ ਕਿਤਾਬ ਹੈ ਜਿਹੜੀ ਭਾਈ ਕਾਨ ਸਿੰਘ ਨਾਭਾ ਵੱਲੋਂ ਵੀ ਲਿਖੀ ਜਾਂਦੀ ਹੈ, ਹਮ ਹਿੰਦੂ ਨਹੀਂ, ਜਿਹਦਾ ਅੱਜ ਵੀ ਇਸ ਗੱਲ ਦੇ ਉੱਤੇ ਥੋੜੇ ਦਿਨ ਪਹਿਲਾਂ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ 'ਚ ਰੌਲਾ ਪਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਉੱਥੋਂ ਦੇ ਕੁਝ ਪ੍ਰੋਫੈਸਰਾਂ ਵੱਲੋਂ ਸਰਕਾਰ ਦੇ ਅਧੀਨ ਉਹਦੀ ਜਿਹੜੀ ਬਣਤਰ ਹੈ ਉਹਦੇ ਅਰਥ ਨੇ ਹਮ ਹਿੰਦੂ ਨਹੀਂ ਕਿਤਾਬ ਦੇ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਬੜਾ ਰੌਲਾ ਪੈ ਰਿਹਾ ਸੀਗਾ। ਸੋ ਇਹੋ ਜਿਹੀਆਂ ਕਿਤਾਬਾਂ ਉਸ ਸਮੇਂ ਸਿੱਖਾਂ ਨੇ ਲਿਖਣ ਲਈ ਮਜਬੂਰ ਹੋਏ। ਖਾਲਸਾ ਜਿਹੜਾ ਅਖਬਾਰ ਹੈ 1886 ਦੇ ਵਿੱਚ ਪਹਿਲੀ ਵਾਰੀ ਸਿੱਖਾਂ ਨੇ ਕੱਢਿਆ ਆਪਣਾ, ਤਾਂ ਕਿ ਅਸੀਂ ਸਰਕਾਰ ਜਿਹੜੀ ਸਿੱਖਾਂ ਦੇ ਖਿਲਾਫ ਜ਼ੁਲਮ ਕਰ ਰਹੀ ਹੈ ਤੇ ਦੂਜਾ ਜਿਹੜੇ ਆਰੀ ਸਮਾਜੀ ਲੋਕ ਨੇ ਉਹ ਸਾਡੇ ਉੱਤੇ ਕਿਸ ਤਰੀਕੇ ਨਾਲ ਹਮਲੇ ਕਰ ਰਹੇ ਨੇ ਉਹਨਾਂ ਨੂੰ ਬੇਨਕਾਬ ਕੀਤਾ। ਸੋ ਇਸੇ ਤਰੀਕੇ ਦੇ ਨਾਲ ਆਪਾਂ 1875 1909 ਜਿਹੜਾ ਸਮਾਂ ਸੀ ਤਕਰੀਬਨ ਸਿੰਘ ਸਭਾ ਲਹਿਰ ਦਾ, ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਪੰਜਾਬੀ ਭਾਸ਼ਾ ਅੰਦੋਲਨ ਸ਼ੁਰੂ ਹੋਇਆ ਸੀਗਾ, ਵੱਖਰੇ ਰਾਜ ਦੀ ਮੰਗ ਸੀਗੀ। ਉਹਨਾਂ ਸਮੇਂ ਦੇ ਦੌਰਾਨ ਤੁਸੀਂ ਦੇਖੋ ਜਿਹੜੇ ਆਰਿਆ ਸਮਾਜੀ ਸੀਗੇ ਪੰਜਾਬ ਦੇ ਅੰਦਰ ਜਾਂ ਗੁਜਰਾਤ ਦੇ ਜਾਂ ਮੱਧ ਪ੍ਰਦੇਸ਼, ਯੂਪੀ ਦੇ, ਉਹਨਾਂ ਨੇ ਸਾਰਿਆਂ ਨੇ ਰਲ ਕੇ ਜ਼ੋਰ ਲਾਇਆ ਜਦੋਂ ਸਿੱਖ ਇੱਕ ਵੱਖਰਾ ਸੂਬਾ ਮੰਗਦੇ ਸੀ ਪੰਜਾਬੀ ਦੇ ਆਧਾਰ ਤੇ। ਹਾਂਜੀ। ਉਹ ਜ਼ੋਰ ਲਾਇਆ, ਪੰਜਾਬ ਦੇ ਹਿੰਦੂਆਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਬਿਲਕੁਲ ਵੀ ਪੰਜਾਬੀ ਭਾਸ਼ਾ ਨਹੀਂ ਲਿਖਾਣੀ ਜੀ। ਇਹ ਫਟਕਾਰੀ ਹੋਈ ਭਾਸ਼ਾ, ਜਿਹੜੇ ਸ਼ਬਦ ਵਰਤੇ ਨੇ ਉਸ ਸਮੇਂ ਪਾਂਡਿਆਂ ਵੱਲੋਂ, ਕਿ ਇਹ ਜਿਹੜੀ ਭਾਸ਼ਾ ਇਹ ਫਟਕਾਰੀ ਹੋਈ ਹੈ ਤੇ ਜਿਹੜੀ ਦੇਵਨਾਗਰਿਕ ਹੈ, ਦੇਵਤਿਆਂ ਦੀ ਲਿਪੀ ਹੈ, ਉਹ ਹਿੰਦੀ ਹੈ, ਤੁਸੀਂ ਹਿੰਦੀ ਲਿਖਾਣੀ ਹੈ ਆਪਣੀ ਬੋਲੀ। ਇਹਨਾਂ ਵੱਲੋਂ ਉਸ ਸਮੇਂ ਵੀ ਸਾਡੀ ਜਿਹੜੀ ਖਿਲਾਫਤ ਹੈ ਉਹ ਕੀਤੀ ਗਈ ਹੈ। ਉਸ ਤੋਂ ਬਾਅਦ ਗੱਲ ਕਰ ਲਈਏ ਜੂਨ 84 ਤੋਂ ਲੈ ਕੇ
94 ਤੱਕ ਉਹਨਾਂ ਸਮੇਂ ਦੇ ਦੌਰਾਨ ਵੀ ਇਹ ਲੋਕ ਸਾਡੇ ਖਿਲਾਫ ਹੀ ਭੁਗਤਦੇ ਰਹੇ ਨੇ। ਸਿੱਖ ਵਿਰੋਧੀ, ਪੰਜਾਬ ਵਿਰੋਧੀ ਜਿਹੜੇ ਕਾਰਨਾਮੇ ਇਹਨਾਂ ਦੇ ਜੱਗ ਜਹਾਰ ਨੇ, ਸਿੱਖਾਂ ਦੇ ਦੁਕਾਨਾਂ ਤੇ ਹਮਲੇ ਕਰਨੇ, ਲੁੱਟਣਾ, ਸਿੱਖਾਂ ਤੇ ਹਮਲੇ ਕਰਨੇ, ਗੁਰੂ ਘਰਾਂ ਤੇ ਹਮਲੇ ਕਰਨੇ, ਇਹ ਸਾਰੀ ਗੱਲਾਂ ਆਉਂਦੀਆਂ ਨੇ। ਤੇ ਅੱਜ ਜਦੋਂ 2014 ਤੋਂ ਬਾਅਦ ਇਹਨਾਂ ਦੀ ਬਹੁਤ ਪਾਵਰਫੁਲ, ਬਹੁਤ ਗਿਣਤੀ ਦੇ ਵਿੱਚ ਸਰਕਾਰ ਆ ਜਾਂਦੀ ਹੈ ਕੇਂਦਰ ਦੇ ਵਿੱਚ, RSS ਦੀ। ਇਹਨਾਂ ਵੱਲੋਂ ਸਾਡੇ ਜਿੰਨੇ ਵੀ ਸਿੱਖ ਅਦਾਰੇ ਨੇ ਉਹਨਾਂ ਨੂੰ ਮੁਕੰਮਲ ਰੂਪ ਦੇ ਵਿੱਚ ਜਜ਼ਬ ਕਰਨ ਲਈ ਪਲੈਨਿੰਗਾਂ ਚੱਲ ਰਹੀਆਂ ਨੇ, ਜਿਹਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2000 ਦੇ ਵਿੱਚ ਉਹਨਾਂ ਨੂੰ ਹੁਕਮਨਾਮਾ ਵੀ ਜਾਰੀ ਕਰਨਾ ਪਿਆ ਕਿ ਜਿਹੜੀ RSS ਹੈ ਉਹ ਸਿੱਖ ਵਿਰੋਧੀ ਹੈ। ਜੀ। ਇੱਕ ਤੇ ਸਾਡੇ ਕੋਲ ਪੁਰਾਣਾ ਡਾਕੂਮੈਂਟੇਸ਼ਨ ਹੈ, ਦਸਤਾਵੇਜ਼ ਨੇ ਕਿ ਜਿੰਨੇ ਇਹਨਾਂ ਨੇ ਸਿੱਖ ਵਿਰੋਧੀ ਕੰਮ ਕੀਤੇ ਨੇ 1920 ਤੋਂ ਲੈ ਕੇ RSS ਵੱਲੋਂ ਹੁਣ ਤੱਕ, ਇੱਕ ਤਾਂ ਉਹ ਸਾਡੇ ਕੋਲੇ ਦਸਤਾਵੇਜ਼ ਨੇ। ਹਾਂਜੀ। ਇਹ ਗੱਲ ਅਕਾਲ ਤਖਤ ਸਾਹਿਬ ਨੂੰ ਵੀ ਉੱਥੋਂ ਮੌਜੂਦਾ ਉਸ ਸਮੇਂ ਦੇ ਜਥੇਦਾਰ ਜੋਗਿੰਦਰ ਸਿੰਘ ਵਦੰਤੀ ਵੱਲੋਂ ਇੱਕ ਜਿਹੜਾ ਸਿੱਖ ਜਿਹੜੇ ਨੌਜਵਾਨਾਂ ਦਾ ਡੈਲੀਗੇਸ਼ਨ ਸੀਗਾ, ਇਤਿਹਾਸਕਾਰਾਂ ਦਾ, ਉਹਨਾਂ ਨੇ ਜਥੇਦਾਰ ਜੋਗਿੰਦਰ ਸਿੰਘ ਵਦੰਤੀ ਦੇ ਉੱਤੇ ਇਸ ਤਰੀਕੇ ਦੇ ਨਾਲ ਆਪਣਾ ਪ੍ਰਭਾਵ ਪਾਇਆ ਜਾਂ ਉਹਨਾਂ ਨੂੰ ਹੁਕਮਨਾਮਾ ਜਾਰੀ ਕਰਨ ਲਈ ਮਜਬੂਰ ਕੀਤਾ ਕਿ ਆਹ ਸਾਡੇ ਕੋਲੇ ਦੇਖੋ ਕਿੰਨੇ ਦਸਤਾਵੇਜ਼ ਨੇ, ਕਿੰਨੀਆਂ ਹੀ ਕਿਤਾਬਾਂ। ਨਾਗਪੁਰ ਦਾ ਜਿਹੜਾ ਇਹਨਾਂ ਦਾ ਸੈਂਟਰ ਹੈਗਾ, ਸਟੱਡੀ ਸੈਂਟਰ, ਉੱਥੇ ਬੈਠ ਕੇ ਸਿੱਖਾਂ ਦੇ ਖਿਲਾਫ ਕਿੰਨੀਆਂ ਹੀ ਕਿਤਾਬਾਂ ਨੇ ਉਹ ਲਿਖੀ ਜਾ ਰਹੀਆਂ ਨੇ, ਤੁਸੀਂ ਇਹਨਾਂ ਦੇ ਖਿਲਾਫ ਹੁਕਮਨਾਮਾ ਕਿਉਂ ਨਹੀਂ ਜਾਰੀ ਕਰਦੇ। ਸੋ ਸੰਗਤ ਦੇ ਪ੍ਰਭਾਵ ਹੇਠ, ਸੰਗਤ ਦੇ ਵਿਰੋਧ ਤੋਂ ਬਾਅਦ ਉਹਨਾਂ ਨੂੰ ਇਹਨਾਂ ਦੇ ਖਿਲਾਫ 2000 ਦੇ ਵਿੱਚ ਹੁਕਮਨਾਮਾ ਜਾਰੀ ਕਰਨਾ ਪਿਆ। ਹਾਂਜੀ। ਉਹ ਹੁਣ ਵੀ ਤੁਸੀਂ ਪਿਛਲੇ ਦਿਨੀ ਮੈਂ ਇੱਕ ਹੋਰ ਘਟਨਾ ਦਾ ਜ਼ਿਕਰ ਕਰਾਂਗਾ ਕਿ ਪੂਰੇ ਭਾਰਤ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬ ਜੀ ਦਾ ਜਿਹੜਾ ਦਿਹਾੜਾ ਹੈ ਉਹ ਮਨਾਇਆ ਗਿਆ। ਹਾਂਜੀ। ਕਿ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਮੈਂ ਕਹਿੰਦਾ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਸਰਵੇ ਹੁੰਦੇ ਨੇ, ਸਰਵਿਆਂ ਦੇ ਵਿੱਚ ਜਿਹੜੇ ਮੁਲਕ ਆਉਂਦੇ ਨੇ, ਜ਼ਿਆਦਾਤਰ ਉਹਨਾਂ ਦੀ ਗਿਣਤੀ 180 ਆਉਂਦੀ ਹੈ ਤਾਂ ਵਧੇਰੇ ਨੇ। ਮੈਂ ਕਹਿੰਦਾ ਭਾਵੇਂ ਦੁਨੀਆ ਦੇ ਵਿੱਚ 180 ਮੁਲਕਾਂ ਦੀ ਸਰਕਾਰਾਂ ਉਹਨਾਂ ਦੇ ਦਿਹਾੜੇ ਮਨਾਉਣ, ਸਾਨੂੰ ਕੋਈ ਦਿੱਕਤ ਨਹੀਂ, ਪਰ ਸਾਡੇ ਗੁਰੂ ਸਾਹਿਬਾਨ ਨੂੰ ਇਹਨਾਂ ਵੱਲੋਂ ਹਿੰਦੂ ਰਾਸ਼ਟਰ ਦੀ ਰੱਖਿਆ ਲਈ ਕੁਰਬਾਨੀ ਕੀਤੀ ਗਈ ਇਹ ਸਾਬਤ ਨਾ ਕਰਨ। ਇਹਨਾਂ ਵੱਲੋਂ ਸਾਨੂੰ ਇਹ ਦੱਸਿਆ ਜਾਂਦਾ ਕਿ ਉਹਨਾਂ ਨੇ ਸਿਰਫ ਹਿੰਦੂ ਰਾਸ਼ਟਰ ਨੂੰ ਬਚਾਉਣ ਲਈ ਨਹੀਂ, ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਹਿੰਦੂ ਧਰਮ ਦੇ ਲੋਕਾਂ ਨੂੰ, ਇਸ ਖਿੱਤੇ ਦੇ ਲੋਕਾਂ ਨੂੰ ਬਚਾਇਆ, ਉਸ ਦੇ ਲਈ ਅਸੀਂ ਕੁਰਬਾਨੀ ਦਿੱਤੀ ਹੈ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਗੁਰੂ ਸਾਹਿਬਾਨ ਨੇ ਕੀਤੀਆਂ ਨੇ ਜਾਂ ਲਿਖੀਆਂ ਨੇ ਉਹ ਸਦੀਵ ਅਟਲ ਰਹਿਣੀਆਂ ਨੇ। ਉਸ ਤੋਂ ਭਾਵ ਇਹ ਹੈ ਕਿ ਗੁਰੂ ਸਾਹਿਬ ਨੇ ਉਸ ਸਮੇਂ ਜ਼ੁਲਮ ਦੇ ਖਿਲਾਫ ਲੜਦਿਆਂ ਕੁਰਬਾਨੀ ਦਿੱਤੀ ਸੀ, ਜ਼ਾਲਮ ਦੇ ਖਿਲਾਫ ਲੜਦਿਆਂ ਕੁਰਬਾਨੀ ਕੀਤੀ ਸੀ। ਆ ਦੋ ਸ਼ਬਦ ਨੇ। ਇਹ ਸਮੇਂ-ਸਮੇਂ ਤੇ ਜਿਹੜੇ ਧਰਮ ਨੇ ਉਹ ਬਦਲਦੇ ਰਹਿੰਦੇ ਨੇ। ਕੱਲ ਨੂੰ ਅਸੀਂ ਕ੍ਰਿਸਚਨਾਂ ਲਈ ਵੀ ਕੁਰਬਾਨੀ ਦੇ ਸਕਦੇ ਹਾਂ, ਉਹਨਾਂ ਤੇ ਕੋਈ ਆਪਦਾ ਆਉਂਦੀ ਹੈ। ਅੱਜ ਮੁਸਲਮਾਨ ਸਮਾਜ ਦੇ ਉੱਤੇ ਕਿੰਨੀ ਆਪਦਾ ਆਈ ਹੈ, ਸਿੱਖਾਂ ਵੱਲੋਂ ਕੁਰਬਾਨੀਆਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਨੂੰ ਕੋਈ ਯਹੂਦੀ ਧਰਮ ਵੀ ਆਊਗਾ, ਕੋਈ ਹੋਰ ਧਰਮ ਵੀ ਆਊਗਾ। ਇਹ ਇੱਕ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਸਿਧਾਂਤ ਦਿੱਤੇ ਸੀ ਉਸ ਸਮੇਂ ਕਿ ਅਸੀਂ ਜ਼ੁਲਮ ਦੇ ਖਿਲਾਫ, ਜ਼ਾਲਮ ਦੇ ਖਿਲਾਫ ਲੜਨਾ। ਸੋ ਇਹ ਸਾਰਾ ਕੁਝ ਭਾਰਤ ਸਰਕਾਰ ਵੱਲੋਂ ਇਹ ਨਹੀਂ ਕਿ ਉਹਨਾਂ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਸ਼ਰਧਾ ਹੈ ਇਸ ਕਰਕੇ ਮਨਾ ਰਹੇ ਨੇ, ਨਹੀਂ, ਉਹਨਾਂ ਵੱਲੋਂ ਇਸ ਕਰਕੇ ਉਹਨਾਂ ਦੇ ਗੁਰਪੁਰਬ ਮਨਾਏ ਜਾ ਰਹੇ ਨੇ ਤਾਂ ਕਿ ਅਸੀਂ ਸਿੱਖਾਂ ਨੂੰ ਵੀ ਹਿੰਦੂ ਰਾਸ਼ਟਰ ਦਾ ਇੱਕ ਹਿੱਸਾ ਬਣਾ ਸਕੀਏ। ਇਹਨਾਂ ਨੂੰ ਆਪਣੇ ਨਾਲ, ਹੁਣ ਸਿੱਖਾਂ ਨੂੰ ਕਿਉਂ ਨਾਲ, ਜਿਹੜੇ ਸਾਡੇ ਅਖੌਤੀ ਲੀਡਰਸ਼ਿਪ ਹੈ ਉਹਨਾਂ ਨੂੰ ਕਿਉਂ ਨਾਲ ਰੱਖਿਆ ਜਾ ਰਿਹਾ ਨਰਿੰਦਰ ਮੋਦੀ ਵੱਲੋਂ? ਕਿਉਂਕਿ ਉਹ ਚਾਹੁੰਦੇ ਨੇ ਕਿ ਇੱਕ ਹਿੰਦੂ ਰਾਸ਼ਟਰ ਜਿਹੜਾ ਅਸੀਂ ਬਣਾਉਣਾ ਉਹਦੇ ਵਿੱਚ ਸਿੱਖਾਂ ਦਾ ਕਿਤੇ ਵਿਰੋਧ ਨਾ ਹੋਵੇ। ਇਸ ਲਈ ਇਹੋ ਜਿਹੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਤੇ ਯੂਪੀ ਦੇ ਵਿੱਚ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਯੋਗੀ ਜੀ, ਉਹਨਾਂ ਵੱਲੋਂ ਪ੍ਰੋਗਰਾਮ ਕੀਤਾ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰੋਗਰਾਮ ਹੈ ਤੇ ਉੱਥੇ ਬੀਬੀਆਂ ਵੱਲੋਂ, ਬੰਦਿਆਂ ਵੱਲੋਂ ਭੰਗੜੇ ਪਵਾਏ ਗਏ। ਹਾਂਜੀ। ਸੋ ਇਹ ਬੜੀ ਚਿੰਤਾਜਨਕ ਗੱਲ ਹੈ ਕਿ ਸਾਡੇ ਸਿੱਖ ਅਦਾਰਿਆਂ ਦੇ ਵਿੱਚ ਇਹ ਖੁੱਲ੍ਹਾ ਦਖਲ ਦੇ ਰਹੇ ਨੇ। ਤੇ ਜਿਹੜੀ
ਵਿਸ਼ੇਸ਼ ਤੌਰ ਤੇ ਦਿੱਲੀ ਦੀ ਸਿੱਖ ਲੀਡਰਸ਼ਿਪ ਹੈ, ਅਖੌਤੀ ਲੀਡਰਸ਼ਿਪ ਹੈ ਜਿਹੜੀ, ਉਹਦੇ ਵੱਲੋਂ ਇਹਨਾਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਕਿ ਤੁਸੀਂ ਰੱਜ ਕੇ ਸਿੱਖੀ ਦਾ ਘਾਣ ਕਰੋ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ, ਸਾਡੇ ਪ੍ਰੋਗਰਾਮਾਂ ਦੇ ਵਿੱਚ ਆ ਕੇ। ਸੋ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਤੇ ਕੌਮ ਨੂੰ ਵੀ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ। ਸੋ ਤੁਸੀਂ ਦੱਸਿਆ ਕਿ ਭਾਈ ਸਾਹਿਬ ਬੜਾ ਡਿਟੇਲ ਚ ਜਿਹੜਾ ਇਹਦਾ ਇਤਿਹਾਸਕ ਪੱਖੋਂ ਲਾ ਲਓ ਕਿ ਕਿੱਦਾਂ ਚੱਲਦਾ ਆਇਆ ਹੈਗਾ, ਉਹਦਾ ਦੱਸਿਆ ਹੈਗਾ ਤੁਸੀਂ ਸਾਰਾ, ਕਿ ਕਿਸ ਤਰ੍ਹਾਂ ਇਹ ਜਿਹੜਾ ਆਰੀਆ ਸਮਾਜ ਸੀਗਾ ਤੇ ਸਿੰਘ ਸਭਾ ਸੀਗਾ, ਵਿਚਾਰਧਾਰਾ ਤੋਂ ਲੜਾਈ ਚੱਲੀ ਆ। ਸੋ ਇਹ ਲੜੀ ਜਿਹੜੀ ਆ ਅੱਜ ਵੀ ਜਾਰੀ ਆ। ਹਾਂਜੀ ਜੀ। ਹੁਣ ਮੈਂ ਕਰੰਟ ਜਿਹੜਾ ਉਹ ਹੈਗਾ ਥੋੜਾ ਮੈਂ ਉੱਤੇ ਵਿਸਥਾਰ ਜਾਣਨਾ ਚਾਹੂੰਗਾ ਵੀ ਉੱਥੇ ਹੋਇਆ ਕੀ। ਉੱਥੇ ਇੱਕ ਕਿਸੇ ਨੂੰ ਬੁਲਾਇਆ ਗਿਆ ਸੀਗਾ, ਫਿਰ ਇਧਰੋਂ ਵਿਰੋਧ ਕਿਧਰੋਂ ਹੋਇਆ ਤੇ ਫਿਰ ਅਚਾਨਕ ਉਹਨੂੰ ਰੱਦ ਕੀਤਾ ਗਿਆ। ਇਹ ਥੋੜਾ ਜਿਹਾ ਘਟਨਾ ਬਾਰੇ ਹੁਣ ਜਿਹੜੀ ਕਰੰਟ ਹੈਗੀ ਉਹਦੇ ਬਾਰੇ ਜ਼ਰੂਰ ਦੱਸੋ ਵੀ ਇਹਦੇ ਵਿੱਚ ਹੋਇਆ ਕੀ ਸੀਗਾ ਤੇ ਵਿਰੋਧ ਕਿੱਥੋਂ ਹੋਇਆ ਤੇ ਫਿਰ ਉਹਨੂੰ ਰੱਦ ਕਿਉਂ ਕੀਤਾ ਗਿਆ। ਦੇਖੋ ਜੀ, ਜਿਹੜੇ ਗੋਪਾਲ ਕ੍ਰਿਸ਼ਨਨ ਹੈਗੇ ਨੇ ਜਨਰਲ ਸੈਕਟਰੀ ਨੇ ਇੰਡੀਆ ਦੇ RSS ਨਾਲ ਸੰਬੰਧਿਤ, ਹਾਂਜੀ, ਉਹਨਾਂ ਨੇ ਉੱਥੇ ਬੋਲਣਾ ਸੀਗਾ ਇਸ ਗੱਲ ਨੂੰ ਲੈ ਕੇ ਸਿੱਖ ਨੌਜਵਾਨਾਂ ਵੱਲੋਂ ਦਿੱਲੀ ਦੇ ਉਹਨਾਂ ਵੱਲੋਂ ਆਪਣੇ ਤੌਰ ਤੇ ਬਿਨਾਂ ਕਿਸੇ ਵੱਡੀ ਜਥੇਬੰਦੀ ਤੋਂ ਉਹਦਾ ਵਿਰੋਧ ਕੀਤਾ ਗਿਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ। ਇਹ ਉਹ ਲੋਕ ਨੇ ਜਿਹੜੇ ਸਿੱਖ ਵਿਰੋਧੀ ਜਿਹੜੀ ਵਿਚਾਰਧਾਰਾ ਨੇ ਉਹਨੂੰ ਆਰਿਆ ਸਮਾਜ ਦੇ ਵਿੱਚ, ਆਰਿਆ ਸਮਾਜੀ ਵਿਚਾਰਧਾਰਾ ਦੇ ਵਿੱਚ ਤਬਦੀਲ ਕਰਨ ਲੱਗੇ ਹੋਏ ਨੇ। ਸੋ ਇਸ ਲਈ ਇਹਨਾਂ ਦੇ ਪ੍ਰੋਗਰਾਮ ਦੇ ਉੱਤੇ ਪਾਬੰਦੀ ਲਾਈ ਜਾਵੇ, ਇਹਨਾਂ ਨੂੰ ਨਾ ਬੋਲਣ ਦਿੱਤਾ ਜਾਵੇ। ਸੋ ਉਹਨਾਂ ਨੂੰ ਮਜਬੂਰ ਹੋਣਾ ਪਿਆ ਕਿ ਜਿਹੜਾ RSS ਨਾਲ ਸੰਬੰਧਿਤ ਗੋਪਾਲ ਕ੍ਰਿਸ਼ਨਨ ਸੀ ਉਹਦੇ ਬੋਲਣ ਦੇ ਉੱਤੇ ਪਾਬੰਦੀ ਲੱਗੀ। ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਸਾਡੀ ਪੁਰਾਣੀ ਲੀਡਰਸ਼ਿਪ ਹੈ ਉਹਦੇ ਵੱਲੋਂ ਇਹੋ ਜਿਹੀਆਂ ਰੋਕਣ ਦੇ ਲਈ, ਸਿੱਖ ਵਿਰੋਧੀ ਕਾਰਵਾਈਆਂ ਨੂੰ ਰੋਕਣ ਦੇ ਲਈ, ਸਿੱਖ ਮਾਰੂ ਨੀਤੀਆਂ ਨੂੰ ਰੋਕਣ ਲਈ ਕੋਈ ਜਿਹੜੀ ਕਾਰਵਾਈ ਹੈ ਨਹੀਂ ਕੀਤੀ ਜਾ ਰਹੀ। ਪਰ ਜਿਹੜੀ ਨੌਜਵਾਨ ਲੀਡਰਸ਼ਿਪ ਹੈ ਉਹ ਆਪ ਮੁਹਾਰੇ ਅੱਗੇ ਆ ਕੇ ਇਹੋ ਜਿਹੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ ਦਿਲਚਸਪੀ ਲੈ ਰਹੀ ਹੈ, ਦ੍ਰਿੜ ਇਰਾਦੇ ਨੇ ਉਹਨਾਂ ਕੋਲ। ਜੀ ਜੀ। ਪਹਿਲਾਂ ਜਦੋਂ ਸੀ ਆਰੀਆ ਸਮਾਜ, ਉਦੋਂ ਸਿੰਘ ਸਭਾ ਸੀ ਸਾਡੇ ਕੋਲ ਜਿਹਨੇ ਵਿਚਾਰਧਾਰਾ ਲੜਾਈ ਲੜੀ। ਉਸ ਤੋਂ ਬਾਅਦ ਮਹੰਤਾਂ ਦੇ ਟਾਈਮ ਤੇ ਸ਼੍ਰੋਮਣੀ ਕਮੇਟੀ ਬਣੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਉਸ ਸਮੇਂ ਸਾਂਝੇ ਤੌਰ ਤੇ ਮੈਂ ਕਹਾਂ ਕਿ ਉਹਨਾਂ ਨੇ ਵਿਚਾਰਧਾਰਾ ਤੋਂ ਲੜਾਈ ਲੜੀ ਸਿੱਖੀ ਦੇ ਹੋਂਦ ਵਾਸਤੇ, ਹਾਂਜੀ, ਸਿੱਖ ਕੌਮ ਦੀ ਹੋਂਦ ਵਾਸਤੇ। ਉਸ ਤੋਂ ਬਾਅਦ ਸਮਾਂ ਬਦਲਿਆ। ਹੁਣ ਜਿਹੜੀਆਂ ਸਾਡੀਆਂ ਧਿਰਾਂ ਹੈਗੀਆਂ ਸੀਗੀਆਂ ਉਹ ਅਸੀਂ ਗੱਲ ਕਰਦੇ ਪਏ ਹਾਂ ਹੁਣ ਪੁਰਾਣੇ ਸਮੇਂ ਦੀ, ਜਿਹੜੀ ਮੈਂ ਗੱਲ ਕੀਤੀ ਆ। ਅੱਜ ਸਾਡੇ ਕੋਲ ਧਿਰ ਕਿਹੜੀ ਆ, ਸਾਡੀਆਂ ਸੰਸਥਾਵਾਂ ਕਿਹੜੀਆਂ ਨੇ ਜਿਹੜੀਆਂ RSS ਦੇ ਮੂਹਰੇ ਵਿਚਾਰਧਾਰਾ ਤੋਂ ਲੜਾਈ ਲੜ ਰਹੀਆਂ? ਕੀ ਸ਼੍ਰੋਮਣੀ ਕਮੇਟੀ ਆਪਣਾ ਰੋਲ ਅਦਾ ਕਰ ਰਹੀ ਆ? ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੋਪਰ ਸਾਨੂੰ ਅਗਵਾਈ ਮਿਲ ਰਹੀ ਹੈ ਇਸ ਵਾਸਤੇ, ਜਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਕਿਸੇ ਸਮੇਂ ਆਪਣਾ ਰੋਲ ਅਦਾ ਕਰਦਾ ਸੀ, ਉਹ ਦਿੱਲੀ ਦੇ ਵਿੱਚ ਵੀ ਆਪਣਾ ਸ਼੍ਰੋਮਣੀ ਅਕਾਲੀ ਦਲ ਇਕਾਈ ਹੈਗੀ ਆ, ਭਾਵੇਂ ਹੁਣ ਅੱਜ ਵੱਖਰੇ ਤੌਰ ਤੇ ਆ, ਲੇਕਿਨ ਉਹਨਾਂ ਦਾ ਰੋਲ ਕਿੰਨਾ ਕਿ ਇਹਦੇ ਵਿੱਚ? ਇਹ ਸਾਰੀ ਧਿਰਾਂ ਦਾ ਮੈਂ ਨਾਂ ਲਿਆ ਤੁਹਾਡੇ ਕੋਲ। ਅੱਜ ਇਹ ਸਾਡੇ ਕੌਮੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਤੇ ਆਪਣੇ ਸਿੱਖੀ ਰਹੁ ਰੀਤਾਂ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਬਰਾਬਰ ਰੂਪ ਚ RSS ਦੇ ਕਿੰਨਾ ਕੁ ਵਧੀਆ ਰੋਲ ਅਦਾ ਕਰ ਰਹੀਆਂ ਤੇ ਕੀ ਕਮੀਆਂ ਪੇਸ਼ੀਆਂ ਨੇ, ਦੱਸੋਗੇ ਪਲੀਜ਼? ਦੇਖੋ ਜੀ, ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਬਾਦਲਾਂ ਵੱਲੋਂ ਥਾਪੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ, ਜਾਂ ਉਹਨਾਂ ਨਾਲ ਸੰਬੰਧਿਤ ਹੋਰ ਸੰਸਥਾਵਾਂ ਨੇ, ਮੈਂ ਸਮਝਦਾ ਉਹ ਅੱਜ ਰੱਜ ਕੇ ਸਿੱਖੀ ਦਾ ਹੀ ਘਾਣ ਕਰ ਰਹੇ ਨੇ। ਉਹਨਾਂ ਵੱਲੋਂ RSS ਦੇ ਖਿਲਾਫ, BJP ਦੇ ਖਿਲਾਫ ਕੋਈ ਠੋਸ ਰਣਨੀਤੀ ਬਣਾਉਣ ਦੀ ਬਜਾਏ ਉਹਨਾਂ ਦੇ ਨਾਲ ਸਾਂਝ ਪਿਆਲੀ ਪਾ ਕੇ ਉਹਨਾਂ ਦੇ ਜਿਹੜੇ ਮਨਸੂਬੇ ਨੇ, ਏਜੰਡੇ ਨੇ, ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ। ਅੱਜ ਪੰਜਾਬ ਦਾ ਜਿਹੜਾ ਨੌਜਵਾਨ ਹੈ, ਸਿੱਖ ਕੌਮ ਦਾ ਜਿਹੜਾ ਨੌਜਵਾਨ ਹੈ, ਉਹ ਆਪਣੇ ਤੌਰ ਤੇ ਇਹਨਾਂ ਦਾ ਵਿਰੋਧ ਕਰ ਰਿਹਾ ਜਾਂ ਆਪਣੇ ਤੌਰ ਤੇ ਉਹ ਸੰਗਠਨ ਹੋ ਰਹੇ ਨੇ। ਇਹਨਾਂ ਵੱਲੋਂ ਕਿਸੇ ਵੀ ਤਰੀਕੇ ਦਾ ਉਹਨਾਂ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ, ਕੌਮ ਨੂੰ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਜਦੋਂ ਦੀ ਇਹ ਸਾਡੀਆਂ ਸੰਸਥਾਵਾਂ ਨੇ ਇੱਕੋ ਪਰਿਵਾਰ ਦੇ ਗਲਵੇ ਹੇਠ ਆਈਆਂ ਨੇ, ਉਦੋਂ ਤੋਂ ਲੈ ਕੇ ਹੁਣ ਤੱਕ
ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਦੇ ਜਿਹੜੇ ਸਿਧਾਂਤ ਸੀਗੇ ਉਹ ਖਤਮ ਕਰ ਦਿੱਤੇ। ਜਦੋਂ ਕਿਸੇ ਸੰਸਥਾ ਦਾ ਜਿਹੜਾ ਸੰਕਲਪ ਹੁੰਦਾ, ਸਿਧਾਂਤ ਹੁੰਦਾ, ਤੁਸੀਂ ਉਹਨੂੰ ਖਤਮ ਕਰਦੇ ਹੋ ਤੇ ਪਿੱਛੇ ਕੁਝ ਵੀ ਨਹੀਂ ਰਹਿੰਦਾ ਹੈਗਾ। ਉਹ ਇੱਕ ਖੋਖਲੀ ਸੰਸਥਾ ਬਣ ਜਾਂਦੀ ਹੈ, ਉਹ ਇੱਕ ਨਾਂ ਦੀ ਸੰਸਥਾ ਬਣ ਜਾਂਦੀ ਹੈ। ਸੋ ਮੈਂ ਸਮਝਦਾ ਵੀ ਹੁਣ ਅੱਜ ਦੇ ਸਮੇਂ ਆਪਣੇ ਤੌਰ ਤੇ ਨੌਜਵਾਨ ਬੇਸ਼ੱਕ ਇਹਨਾਂ ਨਾਲ ਮੱਥਾ ਲਾਉਂਦੇ ਹੁਣ, ਪਰ ਸਾਡੀਆਂ ਜਿਹੜੀ ਸਰਮੋਰ ਆਪਣੇ ਆਪ ਨੂੰ ਕਹਾਉਣ ਵਾਲੀਆਂ ਸੰਸਥਾਵਾਂ ਨੇ, ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਯੋਗਦਾਨ ਇਹਨਾਂ ਦੇ ਬਾਬਤ ਨਹੀਂ ਪਾਇਆ ਜਾ ਰਿਹਾ ਪੰਥ ਦੇ ਵਿੱਚ। ਜੀ, ਜਿਹੜਾ ਮੂਲ ਆ ਪੰਜਾਬ ਤੋਂ ਆ, ਸ਼੍ਰੋਮਣੀ ਕਮੇਟੀ ਜੇ ਆਪਾਂ ਗੱਲ ਕਰੀਏ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ, ਲੇਕਿਨ ਦਿੱਲੀ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਆਪਣੇ ਤੌਰ ਤੇ ਕੰਮ ਕਰ ਰਹੀ। ਸ਼੍ਰੋਮਣੀ ਕਮੇਟੀ ਦਿੱਲੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਿੱਲੀ, ਹਾਂਜੀ, ਹੁਣ ਉਹ ਆਪਣੇ ਆਪ ਨੂੰ ਵੱਖ ਕਰ ਚੁੱਕਾ ਬਾਦਲ ਦਲ ਨਾਲੋਂ। ਮੈਂ ਪਿਛਲੇ ਟਾਈਮ ਤੋਂ ਇਹ ਮਹਿਸੂਸ ਕੀਤੀ ਹੈ ਗੱਲ ਕਿ ਭਾਰਤੀ ਜਨਤਾ ਪਾਰਟੀ ਭਾਜਪਾ, ਹਾਂਜੀ, ਜਿਹੜੀ ਆਰਐਸਐਸ ਦੀ ਇੱਕ ਕਿਸਮ ਦੇ ਨਾਲ ਇਹ ਦੂਜਾ ਰੂਪ ਹੈ, ਇੱਕ ਸਿੱਕੇ ਦੇ ਦੋ ਪਹਿਲੂ ਨੇ, ਹਾਂਜੀ। ਸੋ ਇਹਨਾਂ ਨੇ ਲਗਾਤਾਰ ਮੈਂ ਦੇਖਿਆ ਕਿ ਜਿਹੜਾ ਅਕਾਲੀ ਦਲ ਬਾਦਲ ਸੀਗਾ ਪੰਜਾਬ 'ਚ, ਉਹਨੂੰ ਆਪਣੇ ਨਾਲ ਸੱਤਾ ਦੇ ਵਿੱਚ ਰੱਖਿਆ, ਹਾਂਜੀ, ਤੇ ਇੱਕ ਪਰਿਵਾਰ ਜਾਂ ਦੋ ਪਰਿਵਾਰਾਂ ਨੇ ਜਾਂ ਤਿੰਨ ਪਰਿਵਾਰਾਂ ਨੇ ਸੱਤਾ ਨੂੰ ਮਾਣਿਆ, ਬਰਾਬਰ ਭਾਈਵਾਲ ਰਹੇ ਕੇਂਦਰ ਸਰਕਾਰ ਦੇ ਵਿੱਚ, ਹਾਂਜੀ। ਉਸ ਟਾਈਮ ਤੇ ਭਾਜਪਾ ਨੇ ਆਪਣੇ ਕੋਰ ਮੁੱਦਿਆਂ ਨੂੰ ਨਹੀਂ ਛੱਡਿਆ ਜੇ ਆਪਾਂ ਕਹੀਏ, ਕਿਉਂਕਿ ਆਰਐਸਐਸ ਪਿੱਛੇ ਬੈਠੀ ਆ, ਹਾਂਜੀ। ਲੇਕਿਨ ਅਕਾਲੀ ਦਲ ਆਪਣੇ ਮੁੱਦੇ, ਅਕਾਲੀ ਦਲ ਬਾਦਲ ਦੀ ਮੈਂ ਗੱਲ ਕਰਾਂ ਵੀ ਉਹ ਛੱਡ ਗਏ। ਉਹਨਾਂ ਨੇ ਕੌਮ ਨੂੰ ਪਿੱਛੇ ਛੱਡ ਕੇ ਆਪਣੇ ਨਿੱਜੀ ਹਿੱਤਾਂ ਨੂੰ ਰੱਖ ਕੇ ਤੇ ਜਿਹੜਾ ਆਪਣਾ ਭਾਈਵਾਲੀ ਸੀ ਪਾਲੀ, ਨਿੱਜੀ ਭਾਈਵਾਲੀ ਭਾਜਪਾ ਦੇ ਨਾਲ, ਹਨਾ। ਕੋਈ ਸਮਾਂ ਹੁਣ ਅੱਜ ਇੱਥੇ ਤੁਰ ਕੇ ਆ ਗਿਆ ਹੈਗਾ ਕਿ ਅੱਜ ਭਾਜਪਾ ਅਜਗਰ ਦੇ ਰੂਪ ਦੇ ਵਿੱਚ ਜਿਵੇਂ ਕੱਲਾ ਕੱਲਾ ਕਰਕੇ ਅਕਾਲੀ ਦਲ ਦੇ ਆਗੂ ਖਿੱਚੀ ਜਾ ਰਹੀ ਆ, ਖਾਈ ਜਾ ਰਹੀ ਆ। ਸ਼੍ਰੋਮਣੀ ਕਮੇਟੀ ਦਿੱਲੀ ਨੂੰ ਆਪਣੇ ਸਿੱਧੇ ਤੌਰ ਤੇ ਜਿਹੜਾ ਮੇਨ ਇੱਕ ਇਹਨਾਂ ਦਾ ਸੀਗਾ ਆਗੂ, ਹਨਾ, ਮਨਜਿੰਦਰ ਸਿੰਘ ਸਿਰਸਾ, ਉਹਨੂੰ ਆਲਰੇਡੀ ਆਪਣੇ ਪਲੇਟਫਾਰਮ ਤੇ ਅਕਾਲੀ ਦਲ ਦੇ ਖਿਲਾਫ ਹੀ ਵਰਤ ਰਹੀ ਆ, ਬਾਦਲਾਂ ਦੇ ਖਿਲਾਫ ਹੀ, ਹਾਂਜੀ। ਫਿਰ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ, ਅਕਾਲੀ ਦਲ ਹੈਗਾ, ਉਹ ਵੀ ਤੋੜ ਵਿਛੋੜਾ ਕਰਕੇ ਸਮੁੱਚੀ ਤੌਰ ਤੇ ਮੈਂ ਉਹਨਾਂ ਲੀਡਰਸ਼ਿਪ ਦੇਖਦਾ ਕਿ ਭਾਜਪਾ ਦੇ ਪ੍ਰਭਾਵ ਥੱਲੇ ਆ। ਜੋ ਭਾਜਪਾ ਕਹਿ ਰਹੀ ਆ ਉਹ ਬੋਲ ਰਹੇ ਆ, ਹਾਂਜੀ। ਸੋ ਇੱਕ ਖਤਰਨਾਕ ਗੱਲ ਨਹੀਂ ਹੈਗੀ ਦਿੱਲੀ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ ਡਿਫੈਂਡ ਕਰਨ ਪਾਵਾਂਗੇ ਕਿ ਜਿਹੜੇ ਮੇਨ ਸੰਸਥਾਵਾਂ ਦੋ ਹੈਗੀਆਂ ਸੀਗੀਆਂ ਉਹ ਸਿੱਧੇ ਤੌਰ ਤੇ ਭਾਜਪਾ ਦੇ ਪ੍ਰਭਾਵ ਥੱਲੇ ਚਲੇ ਗਈਆਂ ਨੇ। ਤੁਹਾਡਾ ਕੀ ਕਹਿਣਾ? ਇਹ ਸਾਡੇ ਲਈ ਬਹੁਤ ਵੱਡੀ ਚੁਣੌਤੀ ਬਣੀ ਹੈ ਇਸ ਗੱਲ ਦੀ ਕਿ ਦਿੱਲੀ ਦੇ ਵਿੱਚ ਜਿਹੜੀ ਇਹੋ ਜਿਹੀਆਂ ਘਟਨਾਵਾਂ ਉੱਥੋਂ ਦੀ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀਆਂ ਨੇ, ਜਿਹੜੀ ਅਕਾਲੀ ਦਲ ਤੋਂ ਹੁਣ ਸਿੱਧੇ ਬੀਜੇਪੀ 'ਚ ਮਰਜ ਹੋ ਗਈ ਹੈ, ਉਹਨਾਂ ਦੇ ਅਧੀਨ ਚੱਲ ਰਹੀ ਹੈ, ਜਾਂ ਮੈਂ ਕਹਿ ਲਵਾਂ ਜਿਹੜੀ ਦਿੱਲੀ ਕਮੇਟੀ ਹੈ ਉਹ ਵੀ ਬੀਜੇਪੀ ਦੇ ਅਧੀਨ ਹੋ ਗਈ ਹੈ ਸਿੱਧੀ, ਹਾਂਜੀ। ਸੋ ਇਹਨਾਂ ਨਾਲ ਕਿਵੇਂ ਲੜਨਾ, ਕਿਵੇਂ ਇਹਨਾਂ ਤੋਂ ਸਾਡੇ ਉੱਥੋਂ ਦੇ ਪ੍ਰਬੰਧ ਨੂੰ ਆਜ਼ਾਦ ਕਰਾਉਣਾ, ਜਾਂ ਸਾਡੇ ਜਿਹੜੇ ਸਿੱਖਾਂ ਦੇ ਮੁੱਦੇ ਨੇ ਉਹਨਾਂ ਨੂੰ ਕਿੱਦਾਂ ਅਸੀਂ ਹੱਲ ਕਰਨਾ, ਇਹ ਸਾਡੇ ਲਈ ਦਿੱਲੀ ਦੇ ਵਿੱਚ ਖਾਸ ਤੌਰ ਤੇ ਬਹੁਤ ਵੱਡੀ ਚੁਣੌਤੀ ਹੈ। ਕਿਉਂਕਿ ਦਿੱਲੀ ਦੇ ਵਿੱਚ ਇਸ ਸਮੇਂ ਕੋਈ ਵੀ ਮੈਨੂੰ ਸਿੱਖ ਆਗੂ ਇਹੋ ਜਿਹਾ ਨਹੀਂ ਦਿਸਦਾ ਜਿਹੜਾ ਸਾਡੀ ਜਿਹੜੀ ਗੱਲ ਹੈ ਉਹ ਸਿੱਖ ਰਹੂ ਰੀਤਾਂ ਅਨੁਸਾਰ, ਮੀਰੀ ਪੀਰੀ ਦੇ ਸਿਧਾਂਤ ਦੇ ਅਨੁਸਾਰ, ਗੁਰੂ ਨੂੰ ਪ੍ਰਣਾਏ ਹੋ ਕੇ ਕੌਮ ਦੀ ਗੱਲ ਕਰਦਾ ਹੋਵੇ। ਉੱਥੇ ਤੇ ਸਿਰਫ ਮੋਦੀ ਦੀ ਚਾਪਲੂਸੀ ਕਰਨ ਵਾਲੇ ਜਿਹੜੇ ਬੰਦੇ ਨੇ ਉਹੀ ਤੁਰੇ ਫਿਰਦੇ ਦਿਖਦੇ ਨੇ। ਸੋ ਇਹ ਦਿੱਲੀ ਦੀ ਸਿੱਖ ਸੰਗਤ ਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੀ ਅੱਗੇ ਨੌਜਵਾਨੀ ਜਿਹੜੀ ਹੈ ਉਹਨੂੰ ਅੱਗੇ ਲੈ ਕੇ, ਨਹੀਂ ਤਾਂ ਸਾਡੇ ਲਈ ਇਹ ਬੜਾ ਇੱਕ ਸੰਕਟ ਦਾ ਸਮਾਂ ਖੜਾ ਹੋ ਜਾਵੇਗਾ। ਸੋ ਮੇਰਾ ਇੱਕ ਸਵਾਲ ਅਗਲਾ ਸੀ, ਉਹਦਾ ਜਵਾਬ ਤੁਸੀਂ ਪਹਿਲਾਂ ਹੀ ਦੇ ਦਿੱਤਾ, ਵਿੱਚ ਕਵਰ ਕਰ ਗਏ ਜੇ, ਪਰ ਫਿਰ ਵੀ ਇੱਕ ਸਵਾਲ ਨੂੰ ਮੈਂ ਥੋੜਾ ਟਵਿਸਟ ਕਰਕੇ ਜ਼ਰੂਰ ਪੁੱਛੂੰਗਾ ਕਿ ਅਸੀਂ ਸਮੱਸਿਆ ਡਿਸਕਸ ਕੀਤੀ ਆ ਹੁਣ ਤੱਕ, ਜਿਹੜਾ ਕੌਮ ਨੂੰ ਸਮੱਸਿਆ, ਜਿਹੜੀ ਚੁਣੌਤੀ ਮੈਂ ਕਹੂੰ, ਸਮੱਸਿਆ ਚੁਣੌਤੀ ਜਿਹੜੀ ਦਰਪੇਸ਼ ਆਈ ਆ, ਲੱਭ ਰਹੀ ਹੈਗੀ ਆ ਸਾਹਮਣੇ, ਹਾਂਜੀ, ਉਹਦੀ ਅਸੀਂ ਗੱਲਬਾਤ ਕਰ ਲਈ ਆ ਸਾਰੀ। ਉਹਨੂੰ ਵਿਸਥਾਰ ਚ ਤੁਸੀਂ ਦੱਸਿਆ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ, ਹਾਂਜੀ। ਫਿਰ ਇਹਦਾ ਹੱਲ ਕੀ ਹੈਗਾ? ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ, ਜਿਹੜੀਆਂ ਸੰਸਥਾਵਾਂ ਆ ਉਹ ਸਾਡੀਆਂ ਕੰਮ ਨਹੀਂ ਕਰ ਰਹੀਆਂ, ਹਾਂਜੀ। ਤੇ ਜੇ ਮੈਂ ਇਹਦੇ ਚ ਇੱਕ ਨਾਲ ਹੀ ਜੁੜਿਆ ਜਿਹਾ ਸਵਾਲ ਤੁਹਾਨੂੰ ਪੁੱਛ ਲਊਂਗਾ ਵੀ ਜਿਵੇਂ ਅਕਾਲ ਤਖਤ ਸਾਹਿਬ ਤੋਂ ਕੋਈ ਖਾਸ ਸਪਸ਼ਟ ਤੌਰ ਤੇ ਸਟੈਂਡ ਨਹੀਂ ਲਿਆ ਗਿਆ ਇਸ ਮਾਮਲੇ ਦੇ ਉੱਪਰ, ਹਾਂਜੀ, ਤੇ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਸਾਹਿਬ, ਉਹਨਾਂ ਦੇ ਧਿਆਨ 'ਚ ਮਸਲਾ
ਲਿਆਂਦਾ ਜਾ ਸਕਦਾ ਸੰਗਤਾਂ ਵੱਲੋਂ, ਜਾਂ ਕੋਈ ਲਿਆ ਕੇ ਫਿਰ ਕਿੱਦਾਂ ਇਸ ਮਸਲੇ ਨੂੰ ਨਜਿੱਠਿਆ ਜਾ ਸਕਦਾ ਆਉਣ ਵਾਲੇ ਸਮੇਂ 'ਚ, ਵੀ ਦੁਬਾਰਾ ਇਹ ਕੰਮ ਜਿਹੜੀ ਆ ਇਹ ਗੱਲ ਸਮੱਸਿਆ ਪੈਦਾ ਨਾ ਹੋਵੇ? ਇਹ ਬਿਲਕੁਲ ਜੀ, ਅਸੀਂ ਇਹ ਮਸਲਾ ਆਪਣੀ ਜਥੇਬੰਦੀ ਅਕਾਲ ਯੂਥ ਵੱਲੋਂ ਉਹਨਾਂ ਦੇ ਮਸਲੇ ਧਿਆਨ ਦੇ ਵਿੱਚ ਲਿਆਵਾਂਗੇ, ਤਾਂ ਕਿ ਉਹ ਪਹਿਲਾਂ ਵੀ ਵੈਸੇ ਤਾਂ ਉਹਨਾਂ ਦੇ ਪ੍ਰਤੀਕਰਮ ਆਰਐਸਐਸ ਦੇ ਖਿਲਾਫ ਕਈ ਵਾਰੀ ਆਏ ਨੇ, ਕਿ ਦੁਬਾਰਾ ਕੋਈ ਕੌਮ ਨੂੰ ਇਸ ਪ੍ਰਤੀ ਉਹ ਸੰਦੇਸ਼ ਦੇਣ ਕਿ ਜੋ ਸਾਡੇ ਨਾਲ ਦਿੱਲੀ ਦੇ ਵਿੱਚ ਖੁੱਲ੍ਹੇਆਮ ਹੋ ਰਿਹਾ, ਉਹ ਬੀਜੇਪੀ ਵੱਲੋਂ ਆਰਐਸਐਸ ਵੱਲੋਂ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾਈ ਜਾ ਰਹੀਆਂ, ਉਹਦੇ ਬਾਬਤ ਕੋਈ ਅਸੀਂ ਯੋਗ ਉੱਥੇ ਲੀਡਰਸ਼ਿਪ ਖੜੀ ਕਰ ਸਕੀਏ, ਜਾਂ ਉੱਥੇ ਕੋਈ ਇੱਕ ਪਲੇਟਫਾਰਮ ਕੌਮ ਨੂੰ ਦੇ ਸਕੀਏ ਜਿਹੜਾ ਦਿੱਲੀ ਦੀ ਜਿਹੜੀ ਅਖੌਤੀ ਲੀਡਰਸ਼ਿਪ ਹੈ ਉਹਨੂੰ ਵੰਗਾਰ ਸਕੇ। ਇਹ ਦੱਸਿਆ ਹੈਗਾ ਵੀ ਇਹਦਾ ਹੱਲ ਵੀ ਕਿਤੇ ਨਾ ਕਿਤੇ ਸੰਗਤ ਦੇ ਕੋਲ ਹੀ ਆ, ਸਾਡੇ ਕੌਮ ਦੇ ਭਾਵਨਾ ਦੇ ਵਿੱਚ ਹੀ ਆ ਇਹਦਾ ਹੱਲ। ਹਾਂਜੀ, ਜਦੋਂ ਕੌਮੀ ਭਾਵਨਾ ਪ੍ਰਚੰਡ ਹੋ ਗਈ ਕਿਸੇ ਮਾਮਲੇ ਦੇ ਉੱਪਰ, ਜਦੋਂ ਵੀ ਹੁੰਦੀ ਆ ਉਦੋਂ ਹੀ ਸਮੱਸਿਆ ਦਾ ਹੱਲ ਵੀ ਨਿਕਲ ਆਉਂਦਾ ਹੈਗਾ, ਚਾਹੇ ਕੋਈ ਸਮੱਸਿਆ ਹੋਵੇ। ਜਦੋਂ ਕੌਮ ਖੜੀ ਹੋ ਜਾਂਦੀ ਆ, ਜਾਗਰਤ ਹੋ ਜਾਂਦੀ ਆ, ਖਾਸ ਕਰਕੇ ਮੈਂ ਗੱਲ ਕਰਾਂ ਨੌਜਵਾਨ ਪੀੜ੍ਹੀ ਦੀ, ਹਾਂਜੀ, ਜਦੋਂ ਉਹ ਖੜ ਜਾਂਦੀ ਹੈਗੀ ਆ ਸਾਹਮਣੇ ਆ ਕੇ, ਤੇ ਉਦੋਂ ਹੀ ਜਿਹੜਾ ਸਮੱਸਿਆ ਦਾ ਹੱਲ ਵੀ ਨਿਕਲ ਆਉਂਦਾ ਹੈਗਾ। ਬੜੀ ਵਾਰੀ ਇਹ ਉਦਾਹਰਨ ਜਿਹੜੀ ਆ ਸਾਹਮਣੇ ਆਈ ਹੈਗੀ ਸਾਡੇ। ਹਾਂਜੀ, ਸੋ ਤੁਸੀਂ ਜਿਹੜੀ ਆਪਾਂ ਸੰਸਥਾਵਾਂ ਦੀ ਗੱਲ ਕਰ ਲਈ ਆ, ਜਿਹੜੀ ਆਪਣੀ ਕੌਮ ਦੀ ਨੌਜਵਾਨ ਜਿਹੜੇ ਪੀੜ੍ਹੀ ਹੈਗੀ ਆ, ਜਿਹੜਾ ਨੌਜਵਾਨ ਵਰਗ ਹੈਗਾ ਆ, ਹਾਂਜੀ, ਉਹਨਾਂ ਲਈ ਕੀ ਕਹਿਣਾ ਚਾਹੋਗੇ ਕਿ ਉਹ ਕਿਸ ਤਰ੍ਹਾਂ ਆਪਣੇ ਤੌਰ ਤੇ ਕਿਸ ਤਰ੍ਹਾਂ ਖੜੇ ਹੋ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰਧਾਰਕ ਤੌਰ ਤੇ ਆਪਣੇ ਕੌਮੀ ਹਿੱਤਾਂ ਨੂੰ ਬਚਾਉਣ ਲਈ? ਦੇਖੋ ਜੀ, ਮੇਰੀ ਕੌਮ ਦੇ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਪਹਿਲਾਂ ਤੇ ਅਸੀਂ ਨਾਲ ਜਿਹੜਾ ਸਿੱਖ ਇਤਿਹਾਸ ਹੈ ਜ਼ਰੂਰ ਪੜ੍ਹੀਏ, ਕਿ ਜਿਹੜਾ ਸਿੰਘ ਸਭਾ ਲਹਿਰ ਦਾ ਇਤਿਹਾਸ ਹੈ, ਗਦਰੀ ਬਾਬਿਆਂ ਦਾ ਇਤਿਹਾਸ ਹੈ, ਅਕਾਲੀ ਮੂਵਮੈਂਟ ਦਾ ਇਤਿਹਾਸ ਹੈ, ਜਾਂ ਆਪਣਾ ਜਿਹੜਾ ਆਰਿਆ ਸਮਾਜ ਦੀ ਜਿਹੜੀ ਲਹਿਰ ਹੈ ਉਹਦੀਆਂ ਕਿਤਾਬਾਂ ਵੀ ਸਾਡੇ ਲਈ ਪੜ੍ਹਨੀਆਂ ਜ਼ਰੂਰੀ ਨੇ, ਕਿਉਂਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਤਿਆ ਪ੍ਰਕਾਸ਼ ਜਿਹੜੀ ਕਿਤਾਬ ਹੈ ਉਹ ਪੜ੍ਹਨੀ ਚਾਹੀਦੀ ਹੈ ਜ਼ਰੂਰ। ਹਮ ਹਿੰਦੂ ਨਹੀਂ, ਭਾਈ ਕਾਨ ਸਿੰਘ ਨਾਭਾ ਦੀ ਕਿਤਾਬ ਲਿਖੀ ਹੋਈ ਹੈ। ਸੋ ਜਦੋਂ ਇਹ ਕਿਤਾਬਾਂ ਪੜ੍ਹ ਲਾਂਗੇ ਸਾਨੂੰ ਬੇਸ ਸਮਝ ਆਵੇਗਾ ਕਿ ਸਾਡੀ ਕੌਮ ਨਿਆਰੀ ਹੈ, ਤੇ ਕਿਵੇਂ ਆਰਐਸਐਸ ਵਾਲੇ ਤੇ ਬੀਜੇਪੀ ਵਾਲੇ ਇਹਨਾਂ ਕੋਲ ਕਿਹੜਾ ਕਨਸੈਪਟ ਹੈ ਕਿ ਇਹ ਸਾਡੇ ਪ੍ਰੋਗਰਾਮਾਂ 'ਚ ਦਖਲਅੰਦਾਜ਼ੀ ਕਰਦੇ ਨੇ, ਕਿਉਂ ਕਰਦੇ ਨੇ, ਇਹਦੇ ਪਿੱਛੇ ਦੀ ਜਿਹੜੀ ਲੁਕੀ ਹੋਈ ਰਣਨੀਤੀ ਹੈ ਉਹ, ਕਿਉਂਕਿ ਉਹ ਬੜੀ ਪੁਰਾਣੀ ਹੈ, ਉਹ ਵਿਪਰਵਾਦੀ ਹੈ ਜੀ, ਉਹ ਸਮਝਣੀ ਬੜੀ ਜ਼ਰੂਰੀ ਹੈ। ਜਦੋਂ ਸਾਡੇ ਨੌਜਵਾਨਾਂ ਨੂੰ ਵਿਪਰਵਾਦੀ ਜਿਹੜੀ ਨੀਤੀ ਹੈ ਉਹਦੀ ਸਮਝ ਆ ਗਈ, ਤੇ ਇਹੋ ਜਿਹੇ ਪ੍ਰੋਗਰਾਮਾਂ ਦਾ ਸਿੱਖ ਹਮੇਸ਼ਾ ਬਾਈਕਾਟ ਕਰਨਗੇ, ਜਿੱਦਾਂ ਹੁਣ ਦਿੱਲੀ 'ਚ ਨੌਜਵਾਨਾਂ ਵੱਲੋਂ ਕੀਤਾ ਗਿਆ। ਹਾਂਜੀ, ਸੋ ਉਹ ਜਿਹੜੀ ਐਜੂਕੇਸ਼ਨ ਹੈ ਸਾਡੇ ਨੌਜਵਾਨਾਂ ਤੱਕ ਪਹੁੰਚਣੀ ਜ਼ਰੂਰੀ ਹੈ, ਤੇ ਨੌਜਵਾਨਾਂ ਨੂੰ ਅਪੀਲ ਵੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਕਿਤਾਬਾਂ ਨੇ ਤੁਸੀਂ ਤੁਰੰਤ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਪੜ੍ਹੋ, ਤਾਂ ਕਿ ਜਿਹੜੇ ਸਾਡੇ ਉੱਤੇ ਹਮਲੇ ਹੋ ਰਹੇ ਨੇ, ਸਾਡੇ ਗੁਰਪੁਰਬਾਂ ਦੇ ਵਿੱਚ ਰਹਿ ਕੇ, ਸਾਡੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਰਹਿ ਕੇ ਲੋਕ ਆਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਉੱਥੇ ਬੋਲ ਜਾਂਦੇ ਨੇ, ਤੇ ਸਾਡੀ ਸਿੱਖ ਲੀਡਰਸ਼ਿਪ ਉੱਥੇ ਜਕਾਰੇ ਛੱਡਦੀ ਹੁੰਦੀ ਹੈ। ਸੋ ਇਹਨੂੰ ਸਮਝਣਾ ਪਵੇਗਾ, ਤਾਂ ਹੀ ਅਸੀਂ ਹੱਲ ਵੱਲ ਜਾ ਸਕਦੇ ਹਾਂ। ਅਕਾਲ ਯੂਥ ਜਥੇਬੰਦੀ ਤੁਹਾਡੀ ਲਗਾਤਾਰ ਇਹਨਾਂ ਮਸਲਿਆਂ ਦੇ ਵਿੱਚ ਤਤਪਰ ਰਹਿੰਦੀ ਆ, ਬੜੀ ਸਿਰਤਾ ਦੇ ਨਾਲ ਕੰਮ ਕਰ ਰਹੀ ਹੈ। ਜਿੱਥੇ ਵੀ ਕਿਤੇ ਕੌਮੀ ਮਸਲੇ ਨੂੰ ਸੁਰੱਖਿਅਤ ਕਰ ਰੱਖਣ ਦੀ ਲੋੜ ਹੈਗੀ ਆ, ਜਾਂ ਕੌਮੀ ਮਸਲਿਆਂ ਤੇ ਪਹਿਰਾ ਦੇਣ ਦੀ ਲੋੜ ਆ, ਉੱਥੇ ਜਥੇਬੰਦੀ ਨੇ ਕੰਮ ਕੀਤਾ ਹੈਗਾ ਆ। ਇਹ ਗੱਲਾਂ ਮੀਡੀਆ ਦੇ ਵਿੱਚ ਵੀ ਸਾਰੀਆਂ ਰਹਿੰਦੀਆਂ ਹੀ ਆ। ਹਾਂਜੀ, ਸੋ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੋਈ ਸੁਜੈਸਟ ਕਰਨਾ ਚਾਹੋਗੇ ਲਿਟਰੇਚਰ, ਜਾਂ ਕਿੱਦਾਂ ਕੋਈ ਉਹ ਇਹਦਾ ਲਿਟਰੇਚਰ ਦੇ ਨਾਲ ਜੋੜ ਕਿੱਦਾਂ ਸਕਦੇ ਆ? ਜਥੇਬੰਦੀ ਕੋਈ ਭੂਮਿਕਾ ਅਦਾ ਕਰ ਸਕਦੀ ਹੈ, ਕਿਸੇ ਤਰੀਕੇ ਨਾਲ ਕਿਤਾਬਾਂ ਸੁਜੈਸਟ ਕਰ ਸਕਦੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ? ਅਸੀਂ ਆਪਣੇ ਪੇਜ ਦੇ ਉੱਤੇ ਅੱਜ ਵੀ ਦੁਬਾਰਾ ਇਸ ਗੱਲ ਨੂੰ ਪਾ ਦਿਆਂਗੇ ਕਿਹੜੀ ਕਿਤਾਬਾਂ ਨੇ ਜਿਨ੍ਹਾਂ ਨੂੰ ਪੜ੍ਹਿਆ ਜਾਵੇ। ਵੈਸੇ ਮੈਂ ਨਾਂ ਬੋਲ ਵੀ ਦਿੱਤੇ ਨੇ, ਅਸੀਂ ਆਪਣੇ ਪੇਜ ਤੇ ਵੀ ਦੁਬਾਰਾ ਪਬਲਿਸ਼ ਕਰ ਦਿਆਂਗੇ ਕਿ ਕਿਹੜੀਆਂ ਕਿਤਾਬਾਂ ਨੇ ਉਹ ਮਤਲਬ ਲਈਆਂ ਜਾ ਸਕਦੀਆਂ ਨੇ, ਕਿੱਥੋਂ ਮਿਲ ਸਕਦੀਆਂ ਨੇ, ਬਿਲਕੁਲ ਜਾਣਕਾਰੀ ਦਿੱਤੀ ਜਾਵੇ। ਠੀਕ ਹੈ ਜੀ, ਸੋ ਧੰਨਵਾਦ ਭਾਈ ਸਾਹਿਬ। ਮੈਨੂੰ ਲੱਗਦਾ ਕਿ ਓਵਰਆਲ ਤੁਸੀਂ ਬਹੁਤ ਕੁਝ ਕਵਰ ਕੀਤਾ ਹੈਗਾ ਆ, ਕਿ ਆਰੀਆ ਸਮਾਜ ਤੋਂ ਲੈ ਕੇ ਸਿੰਘ ਸਭਾ ਤੋਂ ਲੈ ਕੇ ਜੋ ਵਿਚਾਰਧਾਰਕ ਇੱਕ ਟਕਰਾਅ ਚੱਲਿਆ, ਉਹਦੇ ਵਿੱਚ ਸਿੰਘ ਸਭਾ ਨੇ ਕਿਸ ਤਰ੍ਹਾਂ ਕੌਮੀ ਹਿੱਤਾਂ ਨੂੰ ਜਿਹੜਾ ਹੈਗਾ ਸੀ ਸੁਰੱਖਿਅਤ ਰੱਖਿਆ, ਇੱਕ ਵਿਚਾਰਧਾਰਕ ਲੜਾਈ ਲੜੀ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਕਾਲੀ ਦਲ ਮਹੰਤਾਂ ਦੇ ਟਾਈਮ ਦੇ ਉੱਤੇ ਜਿਹੜੀ ਗੱਲਬਾਤ ਚੱਲੀ
ਅੱਜ ਦੇ ਪ੍ਰਪੇਖ ਦੇ ਵਿੱਚ ਵੀ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਸਾਨੂੰ ਪੇਸ਼ ਹੋ ਰਹੀਆਂ ਨੇ, ਉਹਨਾਂ ਦੇ ਉੱਪਰ ਤੁਸੀਂ ਗੱਲਬਾਤ ਕੀਤੀ ਆ। ਕਿਤੇ ਨਾ ਕਿਤੇ ਤੁਸੀਂ ਹੱਲ ਵੀ ਦੱਸਿਆ ਹੈਗਾ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦੀ ਲੋੜ ਆ। ਜੇ ਸੰਸਥਾਵਾਂ ਕੰਮ ਪ੍ਰੋਪਰ ਨਹੀਂ ਕਰ ਰਹੀਆਂ ਤੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੁੜਨ ਦੀ ਲੋੜ ਹੈਗੀ ਆ। ਹਾਂਜੀ, ਤੇ ਇਤਿਹਾਸ ਦੀ ਰੋਸ਼ਨੀ ਵਿੱਚ ਸੇਧ ਲੈਣ ਦੀ ਲੋੜ ਆ, ਤਾਂ ਹੀ ਇਹਨਾਂ ਚੁਣੌਤੀਆਂ ਨੂੰ ਅਸੀਂ ਨਿਪਟ ਪਾਵਾਂਗੇ। ਸੋ ਤੁਹਾਡੇ ਵੱਲੋਂ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਪੰਜਾਬ ਨਗਾਰਾ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।